श्री नानक अंगद गुरु अमरदास पद बंद रामदास अर्जन गुरु श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें अमृत ज्ञान है माणिक भगत वैराग श्री गुरु ग्रंथ साहिब उदद बंदव कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एक अंकार सतगुरु ते प्रसाद सच होए वाहिगुरु जी की फतेह विघ्न विनाशन सोए एक अंकार सतगुरु ते प्रसाद सच होए वाहिगुरु जी की फतेह विघ्न विनाशन सोए सतनाम श्री वाहिगुरु साहिब जी इस विद सिख संगत अधिक सुन सुन तह आवे पूरब मिलै शमीर को निज बिनय सुनावे वाहिगुरु जी का खालसा वाहिगुरु जी की फतेह। परम सम्मान जोग चबर शतर तख दे मालक प्रगट गुरां की देह प्रतख हर तन तन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर नावे पातशाह शहीद सतगुरु धन धन श्री गुरु तेग बहादुर साहब महाराज जी दे महान पावन पवित्र भजन बंदगी तप स्थान गुरुद्वारा श्री भोरा साहिब जी पातशाही नौवीं विखे पिछले पैर दे सजे हुए दीवाना जुड़ मिल बैठे हाजरियां पा रहे गुरु प्यारी खालसा साध संगत जी वड्डे भाग हन सरबत संगतां दे जो महाराज दियां खुशियां प्राप्त हो रही ने यात्रा करके दर्शन दीदारे करके। आओ गुरु इतिहास श्रवण करन दे वास्ते एकाग्रता बख्शीए। चल रही लड़ीवार कथा दे अंदर गुरु गोबिंद सिंह महाराज दे जीवन दे प्रसंग सुनदे हां। कल आपां साखी श्रवण कीती भी जो भाई रूपचंद जी दी वंश दे विचों परम सिंह ते धर्म सिंह सन। ये दीने नगर आके दर्शन करके फिर अपने पिंड चले गए ने। पर मन विच ये शंका है भी गुरु गोबिंद सिंह महाराज दे विच पहले सतगुरां वर्गी शक्ति नहीं होनी, इसे करके ही इन्हां दे उत्ते इन्नियां मुश्किलां आईयां ने। पर है सिख सी। अगले दिन प्रशादा लैके लंगर पका के घरों महाराज साहब वास्ते होर पकवान लैके तुरया। राह दे विच कल्ला सी, नाल दे सिख पहलां कुछ अगे लंघ गए। एक सिख पिछों इहनूं तुरया आउंदा प्रतीत होया भी मैं नार लावां। जदों वेखिया भी थोड़ा जिहा नेड़े आया भी कदी उहदा रंग चोले का चिट्टा हो जाता है, कदी चोले का रंग नीला हो जाता है, कदी पीला हो जाता, कदी लाल हो जाता, कदी आकार छोटा हो जाता है, कदी वड्डा हो जाता। हैरान हो गया
ਉਹ ਸ਼ਹੀਦ ਸਿੰਘ ਆਇਆ ਸੀ ਇਹਦੇ ਸ਼ੰਕੇ ਨਿਵਰਤ ਕਰਨ। ਨੇੜੇ ਸਿੱਖ ਦਾ ਰੂਪ ਬਣ ਕੇ ਆ ਕੇ ਫਤਿਹ ਬੁਲਾਈ। ਭਾਈ ਧਰਮ ਸਿੰਘ ਜੀ ਨੂੰ ਆਉਂਦਾ ਹੀ ਸਿੱਖ ਕਹਿੰਦਾ ਵੀ ਤੂੰ ਪਿੱਛੇ ਕੀ ਵੇਖਦਾ ਸੀ, ਕੌਣ ਹੈ ਤੇ ਕਿੱਥੇ ਜਾ ਰਿਹਾ? ਉਹਨੇ ਦੱਸਿਆ ਵੀ ਮੈਂ ਇੱਦਾਂ ਮਹਾਰਾਜ ਦਾ ਸਿੱਖ ਹਾਂ ਤੇ ਗੁਰਾਂ ਦੇ ਲਈ ਲੰਗਰ ਲੈ ਕੇ ਜਾ ਰਿਹਾ ਸੀ, ਪਿੱਛੇ ਵੇਂਦਾ ਸੀ ਕੋਈ ਸਿੱਖ ਮਿਲ ਪਵੇ ਤੇ ਉਹਦੇ ਨਾਲ ਰਲ ਕੇ ਮੈਂ ਚੱਲਾਂ, ਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਜਾ ਰਿਹਾ ਹਾਂ। ਇਹ ਗੱਲ ਦੱਸ ਕੇ ਭਾਈ ਧਰਮ ਸਿੰਘ ਸ਼ਹੀਦ ਸਿੰਘ ਨੂੰ ਕਹਿੰਦੇ ਹੁਣ ਤੂੰ ਦੱਸ ਵੀ ਤੂੰ ਕੌਣ ਹੈ? ਉਹਨਾਂ ਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੱਖਾਂ ਹੀ ਸ਼ਹੀਦ ਸਿੰਘ ਰਹਿੰਦੇ ਨੇ, ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ। ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸ਼ਹੀਦ ਸਿੰਘ ਹੀ ਹਾਂ ਤੇ ਗੁਰੂ ਸਾਹਿਬ ਦੇ ਕੋਲ ਹਾਜ਼ਰ ਰਹਿੰਦੇ ਆ। ਧਰਮ ਸਿੰਘ ਕਹਿੰਦਾ ਵੀ ਜੇ ਗੁਰੂ ਸਾਹਿਬ ਕੋਲ ਰਹਿੰਦੇ ਹੋ ਬੜੀ ਸ਼ਕਤੀਆਂ ਵਾਲੇ ਹੋ, ਤੁਹਾਡੀ ਸ਼ਕਤੀ ਕੋਈ ਕੰਮ ਨਾ ਆਈ, ਗੁਰੂ ਦਾ ਕੋਈ ਕਾਰਜ ਨਾ ਸਵਾਰਿਆ, ਸਾਹਿਬਜ਼ਾਦੇ ਨਾ ਬਚਾ ਸਕੇ, ਆਨੰਦਪੁਰ ਨਾ ਬਚਾਇਆ, ਤੁਸੀਂ ਪ੍ਰਸ਼ਾਦੀ ਹਾਥੀ ਘੋੜੇ ਨਾ ਮਹਾਰਾਜ ਦੇ ਬਚਾਏ, ਤੁਹਾਡੀਆਂ ਸ਼ਕਤੀਆਂ ਨੂੰ ਮੈਂ ਕੀ ਕਰਨਾ? ਤੁਹਾਡੀ ਸ਼ਕਤੀ ਹੈ ਤੁਹਾਡੇ ਵਿੱਚ, ਮੈਂ ਨਹੀਂ ਮੰਨਦਾ। ਉਸ ਵੇਲੇ ਸ਼ਹੀਦ ਸਿੰਘ ਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੱਖਾਂ ਹੀ ਸ਼ਹੀਦ ਸਿੰਘ ਹਾਜ਼ਰ ਰਹਿੰਦੇ ਨੇ ਤੇ ਮਹਾਰਾਜ ਸਾਹਿਬ ਕੋਲੋਂ ਆਗਿਆ ਮੰਗਦੇ ਰਹੇ ਵੀ ਸਤਿਗੁਰੂ ਆਗਿਆ ਦਿਓ ਤੁਰਕਾਂ ਦਾ ਨਾਸ਼ ਕਰੀਏ, ਪਰ ਸਤਿਗੁਰੂ ਸਾਨੂੰ ਆਗਿਆ ਨਹੀਂ ਸੀ ਦਿੰਦੇ। ਕਹਿੰਦੇ ਭਾਣੇ 'ਚ ਰਹੋ, ਟਿਕੇ ਰਹੋ, ਜੋ ਪਰਮੇਸ਼ਰ ਕਰਦਾ ਹੈ ਉਹੀ ਭਲਾ ਹੈ। ਤੁਰਕਾਂ ਦੀਆਂ ਜੜ੍ਹਾਂ ਪੱਟਣ ਵਾਸਤੇ ਉਹਨਾਂ ਦੇ ਕੋਲੋਂ ਅਪਰਾਧ ਕਰਵਾਏ ਨੇ ਵੀ ਇਹਨਾਂ ਤੁਰਕਾਂ ਦਾ ਰਾਜ ਭਾਗ ਨਸ਼ਟ ਹੋ ਜਾਵੇ। ਇੱਦਾਂ ਸਾਰੀ ਸ਼ਹੀਦ ਸਿੰਘ ਨੇ ਜਦੋਂ ਗੱਲ ਦੱਸੀ, ਭਾਈ ਧਰਮ ਸਿੰਘ ਜੀ ਦਾ ਸ਼ੰਕਾ ਨਿਵਰਤ ਹੋਇਆ। ਸਰੀਰ ਵੀ ਵੱਡਾ ਕਰਕੇ ਵਿਖਾਇਆ ਵੀ ਤੈਨੂੰ ਵਿਖਾ ਵੀ ਦਿੰਦੇ ਆ। ਫਿਰ ਧਰਮ ਸਿੰਘ ਜੀ ਡਰ ਗਏ, ਕਹਿੰਦੇ ਵੀ ਬਿਲਕੁਲ ਗੁਰੂ ਕਲਗੀਧਰ ਮਹਾਰਾਜ ਦੇ ਸਿੰਘਾਂ ਵਿੱਚ ਹੀ ਬੜੀਆਂ ਸ਼ਕਤੀਆਂ। 10ਵੇਂ ਪਾਤਸ਼ਾਹ ਦੇ ਜਾ ਕੇ ਚਰਨਾਂ ਤੇ ਡਿੱਗ ਪਏ, ਭੁੱਲ ਬਖਸ਼ਾਈ ਮਹਾਰਾਜ ਬਖਸ਼ ਲੋ। ਭੁੱਲ ਗਿਆ ਸੀ, ਭਰਮ ਗਿਆ ਸੀ ਵੀ ਸ਼ਾਇਦ ਮੇਰੇ ਗੁਰੂ ਦੇ ਵਿੱਚ ਸ਼ਕਤੀ ਨਹੀਂ ਰਹੀ ਜਿਹੜੀ ਪਹਿਲੇ ਗੁਰਾਂ ਦੇ ਵਿੱਚ ਸੀ। ਸਤਿਗੁਰੂ ਸਾਹਿਬ ਜੀ ਬਖਸ਼ਿੰਦ ਮਹਾਰਾਜ ਕਹਿੰਦੇ ਕੋਈ ਨਹੀਂ, ਸਿੱਖ ਜੀ ਭੁੱਲਣਹਾਰ ਹੈ, ਗੁਰੂ ਬਖਸ਼ਿੰਦ ਹੈ। ਗੁਰਾਂ ਵਾਸਤੇ ਜੋ ਲੰਗਰ ਲੈ ਕੇ ਗਿਆ ਸੀ ਮਹਾਰਾਜ ਦੇ ਹੁਕਮ ਦੇ ਨਾਲ ਭਾਈ ਮਾਨ ਸਿੰਘ ਜੀ ਨੇ ਵਰਤਾਇਆ, ਸਭ ਨੇ ਛਕਿਆ ਛਕਾਇਆ ਹੈ। ਇਵੇਂ ਸੰਗਤ ਦਰਸ਼ਨ ਮੇਲੇ ਕਰ ਰਹੀ ਹੈ ਦੀਨੇ ਨਗਰ। ਇਹ ਸਾਖੀ ਆਪਾਂ ਕੱਲ ਸੁਣੀ ਹੈ, ਜਿਵੇਂ ਸ਼ਹੀਦ ਸਿੰਘ ਨੇ ਸ਼ੰਕਾ ਨਿਵਰਤ ਕੀਤਾ ਭਾਈ ਧਰਮ ਸਿੰਘ ਦਾ। ਇਹ ਤੋਂ ਅੱਗੇ ਜੋ ਕਥਾ ਆ ਰਹੀ ਹੈ ਜਿਹਦੇ ਵਿੱਚ ਹੋਰ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਜੋ ਭਾਈ ਸ਼ਮੀਰ ਚੌਧਰੀ ਹੈ, ਇਹਦੇ ਤੇ ਮਹਾਰਾਜ ਜਿਵੇਂ ਦਿਆਲੂ ਕਿਰਪਾਲੂ ਹੁੰਦੇ ਨੇ। ਇਹ ਕਥਾ ਸਰਵਣ ਕਰਨ ਵਾਸਤੇ ਇਕਾਗਰਤਾ ਬਖਸ਼ੀਏ। ਸਾਹਿਬਾਂ ਦੇ ਪਾਵਨ ਚਰਨ ਕਮਲਾਂ ਦਾ ਧਰੋ ਧਿਆਨ, ਰਸਨਾ ਕਰੋ ਪਵਿੱਤਰ ਰੱਖੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਬਿਦ ਸਿੱਖ ਸੰਗਤ ਅਦਕ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀਨੇ ਕਾਂਗੜ ਬਿਰਾਜਮਾਨ ਨੇ। ਭਾਈ ਧਰਮ ਸਿੰਘ ਜਿਵੇਂ ਦਰਸ਼ਨ ਕਰਨ ਆਇਆ, ਹੋਰ ਵੀ ਬਹੁਤ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੁਣ ਸੁਣ ਤਹਿ ਆਵੈ। ਜਿਹਨੂੰ ਪਤਾ ਲੱਗਦਾ ਏ ਵੀ ਗੁਰੂ ਕਲਗੀਧਰ ਦੀਨੇ ਕਾਂਗੜ ਪਹੁੰਚੇ ਨੇ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਹੁਤ ਉਤਸ਼ਾਹ ਦੇ ਨਾਲ ਸੰਗਤ ਆਉਂਦੀ। ਮਾਲਵੇ ਵਿੱਚ ਪੂਰਬ ਮਿਲੈ ਸ਼ਮੀਰ ਕੋ। ਆ ਪਹਿਲਾਂ ਸ਼ਮੀਰ ਚੌਧਰੀ ਹੈ, ਭਾਈ ਸ਼ਮੀਰ, ਇਹਨੂੰ ਮਿਲਦੇ ਨੇ ਆ ਕੇ ਵੀ ਮਹਾਰਾਜ ਸਾਹਿਬ ਦੇ ਅਸੀਂ ਦਰਸ਼ਨ ਕਰਨੇ ਹਨ। ਨਿਜ ਬਿਨੈ ਸੁਨਾਵੈ। ਆਪਣੀ ਬੇਨਤੀ ਦੱਸਦੇ ਨੇ ਆਪਣੇ ਵੱਲੋਂ ਵੀ ਹੇ ਸ਼ਮੀਰ ਜੀ, ਹੇ ਚੌਧਰੀ ਜੀ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨੇ ਨੇ ਤੇ ਪੁੱਛੋ ਮਹਾਰਾਜ ਨੂੰ ਸਾਡੀ ਆਗਿਆ ਲੈ ਕੇ ਆਓ ਦਰਸ਼ਨ ਕਰਨ ਦੀ। ਦਰਸ਼ਨ ਗੁਰ ਕਰਵਾਈਐ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਵਾਵੋ। ਹੋਏ ਸੰਗ ਹਮਾਰੇ। ਸਾਡੇ ਨਾਲ ਜਾ ਕੇ। ਇਹ ਵੀ ਸਹੀ ਬਾਤ ਹੈ ਵੀ ਪੁੱਛ ਕੇ ਜਾਂਦੇ ਨੇ ਪਹਿਲਾਂ, ਮਹਾਰਾਜ ਸੰਗਤ ਲੈ ਆਈਏ, ਸਾਹਿਬ ਕਹਿੰਦੇ ਲੈ ਆਓ। ਇਹ ਵੱਡਿਆਂ ਨੂੰ ਪੁੱਛਣਾ ਬਣਦਾ ਹੈ ਸਤਿਕਾਰ ਦੇ ਨਾਲ।
ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਵਾਓ। ਸਮੀਰ ਚੌਧਰੀ ਨੂੰ ਸਿੱਖ ਸੰਗਤ ਆ ਕੇ ਕਹਿੰਦੀ ਹੈ, ਅੰਤਰ ਲੈ ਗਮਨਹੁ ਸਦਨਾ। ਆ ਬਈ ਇਹ ਜਿਹੜੇ ਘਰ ਦੇ ਵਿੱਚ ਗੁਰੂ ਸਾਹਿਬ ਦਾ ਉਤਾਰਾ ਕਰਾਇਆ ਹੈ, ਉਸ ਘਰ ਦੇ ਵਿੱਚ ਜਿੱਥੇ ਗੁਰੂ ਪਾਤਸ਼ਾਹ ਹਨ, ਜੈ ਪ੍ਰਭੂ ਉਤਾਰੇ, ਜਿੱਥੇ ਮਹਾਰਾਜ ਸਾਹਿਬ ਜੀ ਬਿਰਾਜਮਾਨ ਨੇ, ਉੱਥੇ ਸਾਨੂੰ ਲਿਜਾ ਕੇ ਭਾਈ ਸਮੀਰ ਜੀ ਦਰਸ਼ਨ ਕਰਾਵੋ। ਤਬ ਸ਼ਮੀਰ ਪ੍ਰਭ ਬੂਝਕ। ਏਦਾਂ ਜਦੋਂ ਸੰਗਤ ਆ ਕੇ ਤੇ ਬੇਨਤੀ ਕਰਦੀ ਹੈ, ਭਾਈ ਸਮੀਰ ਫਿਰ ਮਹਾਰਾਜ ਨੂੰ ਆ ਕੇ ਪੁੱਛਦਾ ਹੈ ਵੀ ਸਤਿਗੁਰੂ ਜੀ ਸੰਗਤ ਤੁਹਾਨੂੰ ਮਿਲਣਾ ਚਾਹੁੰਦੀ ਹੈ, ਲੈ ਆਗੇ ਆ ਜਾਵੇ। ਤੇ ਮਹਾਰਾਜ ਆਗਿਆ ਦਿੰਦੇ ਵੀ ਅੱਛਾ ਭਾਈ ਸੰਗਤ ਆਈ ਹੈ, ਲੈ ਆਓ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਨੂੰ ਅੰਦਰ। ਫਿਰ ਪੁੱਛ ਕੇ ਤੇ ਬਾਹਰ ਜਿਹੜੀ ਸੰਗਤ ਖਲੋਤੀ ਉਹਨਾਂ ਨੂੰ ਲੈ ਜਾਣ ਵਾਸਤੇ ਅੰਦਰ ਭਾਈ ਸਮੀਰ ਬਾਹਰ ਆਉਂਦਾ। ਆਪਣੇ ਸੰਗ ਲਿਜਾਏ ਕਰ। ਫਿਰ ਗੁਰਾਂ ਦੀ ਆਗਿਆ ਤੋਂ ਬਾਅਦ ਆਪਣੇ ਨਾਲ ਲਿਜਾ ਕੇ ਉਸ ਘਰ ਦੇ ਵਿੱਚ ਜਿੱਥੇ ਸਤਿਗੁਰੂ ਬਿਰਾਜਮਾਨ ਨੇ ਦਰਸ਼ਨ ਕਰਵਾਵੇ। ਸੰਗਤਾਂ ਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਵਾਉਂਦਾ ਹੈ। ਇਮੇ ਆਵਤ ਚਾਹੁ ਦਿਸ਼ਨ ਤੇ। ਇਹਦਾ ਚੌਵਾਂ ਦਿਸ਼ਾਵਾਂ ਤੋਂ ਹੀ ਸਾਧ ਸੰਗਤ, ਬਹੁਤ ਸੰਗਤ ਕਲਗੀਧਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੀ ਏ। ਸਿੱਖ ਸੰਗਤ ਬ੍ਰਿੰਦਾ। ਆ ਸੰਗਤਾਂ ਦੀ ਕਹਿੰਦੇ ਗਿਣਤੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ। ਸਾਰੇ ਵਾਰੀ-ਵਾਰੀ ਆ ਕੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ। ਸਨੇ ਸਨੇ ਦਰਸੈ ਗੁਰੂ। ਆ ਬੜੇ ਸਹਿਜ ਦੇ ਨਾਲ ਗੁਰੂ ਗੁਰੂ ਜਪਦੇ ਆਂ, ਬਾਣੀ ਪੜ੍ਹਦੇ ਆਂ, ਦਸਮ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ। ਪਦ ਪਦਮ ਮਨਿੰਦਾ। ਆ ਗੁਰੂ ਸਾਹਿਬ ਦੇ ਜਿਹੜੇ ਕਮਲ ਵਰਗੇ ਚਰਨ ਨੇ ਉਹਨਾਂ ਦੇ ਮੱਥਾ ਟੇਕਦੇ ਹਨ। ਭਾਈ ਰੂਪੇ ਕੀ ਕੁਲੀ। ਆ ਭਾਈ ਰੂਪ ਚੰਦ ਦੀ ਕੁਲ ਦੇ ਵਿੱਚੋਂ ਜਿਵੇਂ ਧਰਮ ਸਿੰਘ ਜਾਂ ਪਰਮ ਸਿੰਘ ਪਹਿਲਾਂ ਆਏ ਸੀ, ਉਸੇ ਭਾਈ ਰੂਪੇ ਦੀ ਕੁਲ ਦੇ ਵਿੱਚੋਂ ਇੱਕ ਗੁੱਦੜ ਹੋਇਓ। ਆ ਇੱਕ ਭਾਈ ਗੁੱਦੜ ਸਿੰਘ ਜੀ ਹੋਏ ਹਨ। ਬੜੇ ਵੱਡੇ ਮਹਾਂਪੁਰਖ ਸਾਧ ਸੰਗਤ ਭਾਈ ਗੁੱਦੜ ਸਿੰਘ ਜੀ ਜਿਹੜੇ ਸਨ, ਇਹਨਾਂ ਬਾਰੇ ਇਹ ਹੋਏ ਤਾਂ 10ਵੇਂ ਪਾਤਸ਼ਾਹ ਤੋਂ ਬਾਅਦ ਹੀ ਪ੍ਰਸਿੱਧ ਹੋਏ ਨੇ, ਕਲਗੀਧਰ ਸਾਹਿਬ ਤੋਂ ਮਗਰੋਂ ਹੀ ਹੋਏ ਹਨ। ਇਹ ਭਾਈ ਗੁੱਦੜ ਸਿੰਘ ਜੀ ਜਿਹੜੇ ਬੜੇ ਬ੍ਰਹਮ ਗਿਆਨੀ ਸਨ ਤੇ ਭਾਈ ਰੂਪ ਚੰਦ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਸੀ, ਕਿਉਂਕਿ ਦੋ ਨਗਰ ਵਸਦੇ ਸਨ ਭਾਈ ਰੂਪ ਚੰਦ ਜੀ ਦੇ। ਇੱਕ ਨਗਰ ਹੈ ਭਾਈ ਕੀ ਸਮਾਧ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ, ਤੇ ਇੱਕ ਭਾਈ ਰੂਪਾ। ਇਹ ਦੋ ਨਗਰ ਭਾਈ ਰੂਪ ਚੰਦ ਜੀ ਦੇ ਨਾਮ ਦੇ ਉੱਤੇ ਉਹਨਾਂ ਦੇ ਅੱਗੇ ਵਸੇ ਨੇ ਅੰਸ਼ ਬੰਸ਼ ਦੇ। ਤੇ ਇਹ ਚੱਲਦਿਆਂ ਚਲਾਉਂਦਿਆਂ ਕਹਿੰਦੇ ਜੀਂਦ ਦੇ ਇਲਾਕੇ ਵਿੱਚ ਪਹੁੰਚੇ ਸਨ ਬਾਬਾ ਸੰਤ ਗੁੱਦੜ ਸਿੰਘ ਜੀ। ਉਸ ਵੇਲੇ ਉਸ ਇਲਾਕੇ ਦਾ ਰਾਜਾ ਸੀ ਗਜਪਤ ਸਿੰਘ। ਇਹਦੇ ਘਰ ਦੇ ਵਿੱਚ ਇੱਕ ਲੜਕੀ ਨੇ ਜਨਮ ਲਿਆ ਤੇ ਹੈ ਤਾਂ ਸਿੱਖ ਪਰਿਵਾਰ ਚੋਂ ਸੀ, ਪਰ ਜਿਵੇਂ ਦੀਆਂ ਕੁਰੀਤੀਆਂ ਧੀਆਂ ਨੂੰ ਚੰਗਾ ਨਹੀਂ ਸੀ ਕਈ ਲੋਕ ਸਮਝਦੇ, ਉਹ ਕ੍ਰਿਤੀ ਮੁਤਾਬਕ ਉਹਨੂੰ ਲਪੇਟ ਕੇ ਬੁੱਕਲ ਜੀ ਦੇ ਵਿੱਚ ਤੇ ਦੱਬਣ ਦੇ ਲਈ ਬਾਰ-ਬਾਰ ਚੱਲ ਪਿਆ। ਤੇ ਹਨੇਰਾ ਜਿਹਾ ਸੀ, ਜਿੱਥੋਂ ਦੀ ਲੰਘਿਆ ਰਸਤੇ ਵਿੱਚ ਉਹ ਸੰਤ ਗੁੱਦੜ ਸਿੰਘ ਜੀ ਬੈਠੇ ਸਨ। ਜਦੋਂ ਗਜਪਤ ਸਿੰਘ ਉਧਰ ਦੀ ਗਿਆ ਤੇ ਉਹਨਾਂ ਸਿਆਣ ਲਿਆ, ਆਵਾਜ਼ ਮਾਰ ਲਈ ਵੀ ਗਜਪਤ ਸਿੰਘ ਇੱਧਰ ਆਓ, ਕਿੱਥੇ ਜਾ ਰਹੇ ਹੋ? ਜਦੋਂ ਪੁੱਛਿਆ ਤੇ ਇਹਨੂੰ ਵੀ ਪਤਾ ਸੀ ਵੀ ਇਹ ਵੀ ਸੰਤ ਨੇ। ਕਹਿਣ ਲੱਗਾ ਸੰਤ ਜੀ ਆਹ ਸਾਰੀ ਗੱਲ ਹੈ ਵੀ ਲੜਕੀ ਦਾ ਜਨਮ ਹੋਇਆ ਹੈ, ਵੀ ਮੈਂ ਇਹਨੂੰ ਬਾਹਰ ਦੱਬਣ ਜਾ ਰਿਹਾ ਹਾਂ। ਤੇ ਸੰਤ ਗੁੱਦੜ ਸਿੰਘ ਜੀ ਕਹਿਣ ਲੱਗੇ ਉਹ ਤੈਨੂੰ ਪਤਾ ਨਹੀਂ, ਜੱਸਾ ਸਿੰਘ ਜੀ ਦੇ ਉੱਤੇ ਤਾਂ ਇਲਜ਼ਾਮ ਹੀ ਲੱਗਾ ਸੀ ਧੀ ਨੂੰ ਮਾਰਨ ਦਾ। ਮਰੀ ਜੰਮੀ ਸੀ ਪਰ ਇਲਜ਼ਾਮ ਹੀ ਲੱਗਾ ਤੇ ਖਾਲਸੇ ਨੇ ਬਾਟਾ ਵੱਖਰਾ ਕਰ ਦਿੱਤਾ ਸੀ। ਨੜੀ ਮਾਰ ਕੁੜੀ ਮਾਰ ਦੇ ਨਾਲ ਗੁਰੂ ਕੇ ਸਿੱਖ ਨਹੀਂ ਵਰਤਦੇ, ਬੰਸ ਘਾਤ ਕਰਨਾ ਨਹੀਂ, ਇਹ ਸਿੰਘਣ ਕੀ ਰੀਤ ਕਲਗੀਧਰ ਸਾਹਿਬ ਜੀ ਨੇ ਕਿਹਾ ਹੈ। ਕੁੜੀ ਮਾਰਦਾ ਤੇ ਬਾਟਾ ਨਹੀਂ ਰੱਖਦੇ, ਬਰਾਦਰੀ ਚੋਂ ਛੇਕ ਦਿੰਦੇ ਨੇ ਸਿੱਖ। ਤੇ ਤੂੰ ਤਾਂ ਕੁੜੀ ਮਾਰ ਕੇ ਦੱਬਣ ਚੱਲਿਆ, ਤੂੰ ਤਾਂ ਵੱਡਾ ਪਾਪ ਕਰਨ ਚੱਲਿਆ ਏ। ਕਹਿੰਦੇ ਲਿਆ ਇਹ ਕਰਾ ਇਹਦੇ ਦਰਸ਼ਨ ਤੇ ਕਰਾ। ਜਦੋਂ ਉਹ ਕੱਪੜਾ ਜਿਹਾ ਪਰੇ ਕਰਕੇ ਉਸ ਬੱਚੀ ਦੇ ਦਰਸ਼ਨ ਕੀਤੇ, ਚਿਹਰਾ ਵੇਖਿਆ ਸੰਤ ਗੁੱਦੜ ਸਿੰਘ ਜੀ ਨੇ, ਉਹ ਕਹਿਣ ਲੱਗੇ ਉਹ ਰਾਜਾ ਕਿੱਡਾ ਵੱਡਾ ਤੂੰ ਪਾਪ ਕਰਨ ਚੱਲਿਆ ਸੀ। ਇਹ ਜਿਹੜੀ ਬੱਚੀ ਨੂੰ ਤੂੰ ਮਾਰਨ ਚੱਲਿਆ ਇਹਦੀ ਕੁੱਖ ਤੋਂ ਤਾਂ ਸ਼ੇਰੇ ਪੰਜਾਬ ਨੇ ਜਨਮ ਲੈਣਾ ਹੈ। ਉਹ ਮਾਨ ਸਿੰਘ ਨੂੰ ਵਿਆਹੀ ਗਈ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਬੱਚੀ ਦੀ ਕੁੱਖ ਤੋਂ ਜਨਮਿਆ ਸੀ। ਉਹ ਸੰਤ ਗੁੱਦੜ ਸਿੰਘ ਸੀ ਉਹਨਾਂ ਦਾ ਨਾਮ, ਭਾਈ ਰੂਪ ਚੰਦ ਜੀ ਦੀ ਬੰਸ਼ ਦੇ ਵਿੱਚੋਂ, ਜਿਨ੍ਹਾਂ ਨੇ ਉਹ ਧੀ ਨੂੰ ਮਾਰਨ ਤੋਂ ਰੋਕਿਆ। ਤੇ ਉਸੇ ਬੱਚੀ ਦੀ ਕੁੱਖ ਤੋਂ ਜਦੋਂ ਵੱਡੀ ਹੋਈ ਵਿਆਹੀ ਗਈ, ਸ਼ੇਰੇ ਪੰਜਾਬ ਮਹਾਰਾਜਾ ਸਾਹਿਬ ਦਾ ਜਨਮ ਹੋਇਆ।
ਇੱਥੇ ਕਵੀ ਜੀ ਨੇ ਜ਼ਿਕਰ ਕੀਤਾ ਇਸੇ ਕਰਕੇ ਵੀ ਜਿਹੜੇ ਸੰਤ ਗੁੱਦੜ ਸਿੰਘ ਜੀ ਬੜੇ ਪ੍ਰਸਿੱਧ ਹੋਏ ਹਨ। ਅਧਿਕ ਪ੍ਰਤਾਪੀ ਜਗ ਪਇਓ। ਆ ਜਿਹੜੇ ਸੰਤ ਗੁੱਦੜ ਸਿੰਘ ਜੀ ਬੜੇ ਪ੍ਰਤਾਪੀ ਹੋਏ ਤੇ ਸਾਰੇ ਜਗਤ ਦੇ ਲੋਕਾਂ ਨੂੰ ਪਤਾ ਉਹਨਾਂ ਦੀ ਸ਼ਕਤੀ ਬਾਰੇ। ਬਹੁ ਤਨ ਤਿਨ ਜੋਇਓ। ਆ ਬਹੁਤ ਸੰਗਤਾਂ ਨੇ ਕਹਿੰਦੇ ਸਿੱਖਾਂ ਨੇ ਉਹਨਾਂ ਦੇ ਸਰੀਰ ਦੇ ਦਰਸ਼ਨ ਕੀਤੇ ਹਨ। ਦਿਆਲ ਦਾਸ ਤਿਸ ਕੋ ਪਿਤਾ। ਉਹ ਜੋ ਸੰਤ ਗੁੱਦੜ ਸਿੰਘ ਜੀ ਹੋਏ ਨੇ ਕਵੀ ਜੀ ਕਹਿੰਦੇ ਉਹਨਾਂ ਦਾ ਪਿਤਾ ਜਿਹੜਾ ਦਿਆਲ ਦਾਸ ਵੱਡ ਅਜਮਤਵੰਤ। ਉਹ ਦਿਆਲ ਦਾਸ ਵੀ ਬੜੀ ਸ਼ਕਤੀ ਰੱਖਦਾ ਸੀ ਆਪਣੇ ਵਿੱਚ। ਗੁਰ ਆਏ ਸੁਨ ਕਹਿ ਗਇਓ। ਆ ਜਦੋਂ ਦਿਆਲ ਦਾਸ ਨੂੰ ਪਤਾ ਲੱਗਾ ਇਹ ਵੀ ਗੁਰੂ ਕਲਗੀਧਰ ਮਹਾਰਾਜ ਇਧਰ ਮਾਲਵੇ ਚ ਆਏ ਨੇ ਤੇ ਇਹ ਵੀ ਸਰਹੰਦ ਤੋਂ ਚੱਲ ਕੇ ਤੇ ਸਾਹਿਬਾਂ ਦੇ ਦਰਸ਼ਨ ਕਰਨ ਗਿਆ। ਇੱਥੇ ਜ਼ਿਕਰ ਇਹ ਕਰਤਾ ਵੀ ਸੰਤ ਗੁੱਦੜ ਸਿੰਘ ਕਿਉਂਕਿ ਜ਼ਿਆਦੇ ਮਹਾਨ ਹੋਏ ਵੀ ਉਹਨਾਂ ਦਾ ਪਿਤਾ ਹੈ ਦਿਆਲ ਦਾਸ। ਉਹ ਦਿਆਲ ਦਾਸ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਇਆ। ਚਿਤ ਦਰਸ ਚਹੰਤ। ਇਹਦੇ ਚਿੱਤ ਵਿੱਚ ਚਾਹਨਾ ਹੈ ਵੀ ਮੈਂ ਸਾਹਿਬਾਂ ਦੇ ਦਰਸ਼ਨ ਕਰਾਂ। ਮਿਲ ਸ਼ਮੀਰ ਕੇ ਸਾਥ ਤਿਨ। ਆਪ ਜੋ ਭਾਈ ਸ਼ਮੀਰ ਚੌਧਰੀ ਸੀ ਪਰ ਜੋਧ ਦੀ ਅੰਸ਼ ਬੰਸ਼ ਦੇ ਵਿੱਚੋਂ ਉਹਦੇ ਨਾਲ ਆ ਕੇ ਦਿਆਲ ਦਾਸ ਜੀ ਮਿਲੇ। ਗੁਰ ਨਿਕਟ ਪਠਾਇਓ। ਉਹਨੂੰ ਕਹਿਣ ਲੱਗੇ हे ਚੌਧਰੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਆਗਿਆ ਲੈ ਕੇ ਆਓ ਤੇ ਮੈਨੂੰ ਦਰਸ਼ਨ ਕਰਾਓ ਮਹਾਰਾਜ ਦੇ। ਲੈ ਆਗਿਆ ਪ੍ਰਭ ਬਦਨ ਤੇ। ਮਹਾਰਾਜ ਸਾਹਿਬ ਦੇ ਕੋਲ ਗਿਆ ਸਮੀਰ ਚੌਧਰੀ ਵੀ ਪਾਤਸ਼ਾਹ ਜੀ ਦਿਆਲ ਦਾਸ ਆਏ ਨੇ ਭਾਈ ਰੂਪੇ ਦੀ ਬੰਸ਼ ਦੇ ਵਿੱਚੋਂ ਤੇ ਜਦੋਂ ਆਗਿਆ ਲੈ ਲਈ ਅੰਤਰ ਸੋ ਲਿਆਇਓ। ਗੁਰਾਂ ਦੇ ਮੁਖਾਰ ਬਿੰਦ ਤੋਂ ਹੁਕਮ ਸੁਣ ਕੇ ਭਾਈ ਸ਼ਮੀਰ ਚੌਧਰੀ ਦਿਆਲ ਦਾਸ ਨੂੰ ਗੁਰਾਂ ਦੇ ਕੋਲ ਲੈ ਆਇਆ। ਇੱਕ ਤੇ ਖਾਨ ਸੰਗ ਆਣ ਤੇ। ਇਹਦੇ ਨਾਲ ਇੱਕ ਤਖਾਣ ਵੀਰ ਇੱਕ ਤਖਾਣ ਸਿੱਖ ਹੋਰ ਵੀ ਦਰਸ਼ਨ ਕਰਨ ਵਾਸਤੇ ਆਇਆ ਸੀ। ਦਰਸ਼ਨ ਤਬ ਕੀਨਾ। ਉਹਨੇ ਵੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ। ਕਰ ਜੋਰੇ ਸਿਰ ਧਰ ਤਰਿਓ। ਹੱਥ ਜੋੜੇ ਤੇ ਸਿਰ ਮਹਾਰਾਜ ਸਾਹਿਬ ਦੇ ਅੱਗੇ ਧਰਤੀ ਤੇ ਰੱਖ ਕੇ ਮੱਥਾ ਟੇਕਿਆ। ਕਰ ਨਮੋ ਪ੍ਰਵੀਨਾ। ਪ੍ਰਵੀਨ ਕਹਿੰਦੇ ਜੋ ਬੜਾ ਸਿਆਣਾ ਇਹ ਮਹਾਰਾਜ ਨੂੰ ਵੰਦਨਾ ਕੀਤੀ ਏਦਾਂ ਮੱਥਾ ਟੇਕਿਆ। ਕੋਸ਼ਿਸ਼ ਸੂਖਮ ਬਸਤਰ ਕੇ। ਇੱਕ ਬਹੁਤ ਹੀ ਬਰੀਕ ਸੂਤ ਦੀ ਬਣੀ ਹੋਈ ਪੋਸ਼ਾਕ ਮਹਾਰਾਜ ਸਾਹਿਬ ਵਾਸਤੇ ਗੁਰ ਆਗੇ ਰੱਖੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਰੱਖੀ ਵੀ ਸੱਚੇ ਪਾਤਸ਼ਾਹ ਤੁਹਾਡੇ ਬਾਣੇ ਵਾਸਤੇ ਚੋਲੇ ਵਾਸਤੇ ਮੈਂ ਲਿਆਇਆ ਪੋਸ਼ਾਕ। ਕੁਸ਼ਲ ਪ੍ਰਸ਼ਨ ਸਭ ਹੋਂ ਕਹਿਓ। ਜਦੋਂ ਦਿਆਲ ਦਾਸ ਆਇਆ ਭਾਈ ਰੂਪਚੰਦ ਜੀ ਅੰਸ਼ ਬੰਸ਼ ਦਾ ਮਹਾਰਾਜ ਬੜਾ ਅਦਬ ਕਰਦੇ ਸਨ। ਕੁਸ਼ਲ ਪ੍ਰਸੰਨਤਾ ਪੁੱਛੀ ਹੈ ਸੁਖ ਸਾਂਦ ਮਹਾਰਾਜ ਜੀ ਨੇ ਕੀਤੀ ਸਾਂਝੀ। ਬਿਨਤੀ ਬਹੁ ਭਾਖੀ। ਤੇ ਜਦੋਂ ਮਹਾਰਾਜ ਦੇ ਨਾਲ ਕੁਸ਼ਲ ਪ੍ਰਸੰਨਤਾ ਦੇ ਕੁਝ ਵਚਨ ਸਾਂਝੇ ਹੋਏ ਫਿਰ ਬਹੁਤ ਬੇਨਤੀ ਕਰਨ ਲੱਗਾ। ਬੈਠੇ ਪ੍ਰਭੂ ਸਮੀਪ ਤਬ। ਬੇਨਤੀ ਕਰਦਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹੀ ਬੈਠ ਗਿਆ। ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੈ ਮਹਾਰਾਜ ਤੁਹਾਡੀ ਦਇਆ ਹੈ ਤੁਹਾਡੀ ਰਹਿਮਤ ਦਾ ਦਰਸ਼ਨ ਹੋ ਗਏ ਨੇ ਦੁੱਖ ਕੱਟੇ ਗਏ। ਏਦਾਂ ਕਹਿੰਦਿਆਂ ਹੋਇਆ ਗੁਰਾਂ ਦੇ ਨੇੜੇ ਬੈਠ ਗਿਆ। ਚਿਰ ਕਾਲ ਬਿਤਾਏ। ਬੜਾ ਲੰਮਾ ਸਮਾਂ ਮਹਾਰਾਜ ਦੇ ਕੋਲ ਹੀ ਬਹਿ ਕੇ ਦਰਸ਼ਨ ਕਰਦਾ ਰਿਹਾ। ਕਹਿਤ ਸੁਣਤ ਸ਼ੁਭ ਬਾਰਤ। ਮਹਾਰਾਜ ਸਾਹਿਬ ਜੀ ਦੇ ਨਾਲ ਭਜਨ ਕਰਦਾ ਹੈ ਕੁਝ ਸਤਿਗੁਰੂ ਜੀ ਭਜਨ ਕਰਦੇ ਨੇ ਕੁਝ ਦਿਆਲ ਦਾਸ ਭਜਨ ਕਰਦਾ ਏ। ਸਤਿਗੁਰ ਬਿਗਸਾਏ। ਕਲਗੀਧਰ ਸਾਹਿਬ ਮਹਾਰਾਜ ਬਹੁਤ ਹੀ ਪ੍ਰਸੰਨ ਹੋਏ। ਭਏ ਪ੍ਰਸੰਨ ਸ਼ਮੀਰ ਪਰ। ਸਤਿਗੁਰੂ ਸਾਹਿਬ ਜੀ ਭਾਈ ਸਮੀਰ ਚੌਧਰੀ ਤੇ ਬੜੇ ਪ੍ਰਸੰਨ ਹੋਏ ਵੀ ਵੇਖੋ ਵੀ ਨਾਲੇ ਸੰਗਤ ਦੀ ਸੇਵਾ ਕਰਦਾ ਹੈ ਨਾਲੇ ਸਾਡੀ ਸੇਵਾ ਕਰ ਰਿਹਾ ਏ। ਵੱਡ ਸੇਵ ਕਰੰਤਾ। ਇਹ ਬੜਾ ਵੱਡਾ ਸੇਵਾਦਾਰ ਹੈ ਜਿੱਦਾਂ ਇਹਦਾ ਦਾਦਾ ਸੇਵਾ ਕਰਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਇਸੇ ਤਰ੍ਹਾਂ ਹੀ ਇਹ ਜਿਹੜਾ ਸਮੀਰ ਚੌਧਰੀ ਇਹ ਵੀ ਸਾਡੀ ਬੜੀ ਸੇਵਾ ਕਰ ਰਿਹਾ। ਜਲ ਭੋਜਨ ਬਹੁ ਭਾਂਤ ਕੇ। ਵੇਖੋ ਵੀ ਜਲ ਪਾਣੀ ਛਕਾਉਂਦਾ ਹੈ ਸਾਡੇ ਸਮੇਤ ਆਈ ਗਈ ਸੰਗਤ ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਲਿਆਉਂਦਾ ਏ। ਕਰ ਤਿਆਰ ਤੁਰੰਤ। ਉਸੇ ਵੇਲੇ ਜੋ ਮਹਾਰਾਜ ਜੀ ਕਹਿੰਦੇ ਹੁਕਮ ਹੋਵੇ ਤੁਰੰਤ ਹੀ ਤਿਆਰ ਕਰਕੇ ਲੈ ਆਉਂਦਾ ਸਮੀਰ। ਪ੍ਰੇਮ ਸਮੇਤ ਅਚਾਵਹਿ। ਫਿਰ ਸਾਨੂੰ ਸਾਹਿਬ ਜੀ ਵਿਚਾਰਦੇ ਨੇ ਵੀ ਸਮੀਰ ਚੌਧਰੀ ਬੜੇ ਪ੍ਰੇਮ ਦੇ ਨਾਲ ਬੇਨਤੀਆਂ ਕਰਕੇ ਲੰਗਰ ਛਕਾਉਂਦਾ ਹੈ। ਕਰ ਜੋਰ ਖਰੋਵੇ। ਹੱਥ ਜੋੜ ਕੇ ਸਾਡੇ ਲਾਗੇ ਖਲੋਤਾ ਰਹਿੰਦਾ ਵੀ ਜਦੋਂ ਅਸੀਂ ਗੱਫਾ ਛਕਦੇ ਹਾਂ ਪ੍ਰਸ਼ਾਦਾ ਤੇ ਸਤਿਗੁਰੂ ਵੇਖਦੇ ਨੇ ਵੀ ਇਹ ਜਿਹੜਾ ਸਮੀਰ ਚੌਧਰੀ ਹੈ
ਇਹ ਸਿੱਖ ਸਾਡੇ ਲਾਗੇ ਹੱਥ ਜੋੜ ਕੇ ਖਲੋਤਾ ਰਹਿੰਦਾ ਏ ਉਹਨਾਂ ਚਿਰ ਕਰੈ ਸ਼ੀਘਰ ਹੀ ਕਾਜ ਤੇ ਸੋ ਬੜੀ ਛੇਤੀ ਦੇ ਨਾਲ ਜਿਹੜਾ ਵੀ ਕੋਈ ਕਾਰਜ ਕਰਨ ਵਾਲਾ ਹੋਵੇ, ਆਈ ਗਈ ਸੰਗਤ ਦੀ ਸੇਵਾ ਕਰਨੀ, ਉਹ ਵੀ ਤੁਰੰਤ ਹੀ ਕਰਦਾ ਏ। ਜਿਮ ਆਗਿਆ ਹੋਵੇ ਜਿਵੇਂ ਅਸੀਂ ਆਗਿਆ ਕਰਦੇ ਆ, ਜਿਵੇਂ ਮਹਾਰਾਜ ਕਹਿੰਦੇ ਸੀ ਹੁਕਮ ਕਰਦੇ ਆ, ਉਸੇ ਵੇਲੇ ਮਨ ਦਾ ਸਮੀਰ ਚੌਧਰੀ ਹਵੈ ਪ੍ਰਸੰਨ ਸ਼੍ਰੀ ਮੁਖ ਕਹਿਓ। ਇਹਦੀ ਸੇਵਾ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਖੁਸ਼ ਹੋ ਕੇ ਮੁਖੋਂ ਕਹਿਣ ਲੱਗੇ, ਸੁਣ ਸਿੱਖ ਸ਼ਮੀਰਾ। ਮਹਾਰਾਜ ਕਹਿੰਦੇ ਹੈ ਸਾਡੇ ਪਿਆਰੇ ਸਿੱਖ ਸ਼ਮੀਰ ਸੁਣਨਾ ਕਰ। ਦੂਰ ਦੂਰ ਲੋ ਹੈ ਕਨੇ ਦੂਰ ਦੂਰ ਲਓ ਹੈ ਘਨੇ, ਫਿਰ ਕਰੋ ਸੁਧੀਰਾ ਵੀ ਹੇ ਧੀਰਜਵਾਨ, ਦੂਰ ਦੂਰ ਤੱਕ ਬਹੁਤੇ ਘੋੜੇ ਤੋਂ ਟਕਾਏਗਾ, ਭਾਵ ਕਿ ਬਹੁਤਾ ਤੇਰਾ ਰਾਜ ਹੋਏਗਾ, ਦੂਰ ਦੂਰ ਤੀਕਰ ਤੇਰੇ ਘੋੜੇ ਵੱਜੇ ਹੋਣਗੇ। ਦਿਆਲ ਦਾਸ ਪੋਸ਼ਿਸ਼ ਦਈ ਜੋ ਦਿਆਲ ਦਾਸ ਆਇਆ ਸੀ ਨਾ ਦਰਸ਼ਨ ਕਰਨ, ਉਹਨੇ ਇੱਕ ਮਹਾਰਾਜ ਦੇ ਅੱਗੇ ਪੁਸ਼ਾਕ ਰੱਖੀ ਸੀ ਲਿਆ ਕੇ, ਤੇ ਸਾਹਿਬ ਕਹਿੰਦੇ ਵੀ ਜਿਹੜੀ ਪੁਸ਼ਾਕ ਸਮੀਰ ਜੀ ਸਾਨੂੰ ਦਿਆਲ ਦਾਸ ਨੇ ਦਿੱਤੀ ਹੈ, ਹਮ ਅਗਰ ਚੜਾਈ ਸਾਨੂੰ ਪ੍ਰੇਮ ਦੇ ਨਾਲ ਇਹਨੇ ਭੇਟਾ ਦੇ ਤੌਰ ਤੇ ਚੜਾਈ ਹੈ। ਸੋ ਪਹਿਰੋ ਤਨ ਆਪਨੇ ਜਾਂ ਉਹ ਪੁਸ਼ਾਕ ਸਾਹਿਬ ਕਹਿੰਦੇ ਸਾਡੇ ਅੰਗੀਕਾਰ ਹੋ ਗਈ ਹੈ, ਹੁਣ ਸਮੀਰ ਚੌਧਰੀ ਤੇਰੇ ਤੇ ਅਸੀਂ ਖੁਸ਼ ਹੈ, ਇਹ ਪੁਸ਼ਾਕ ਤੂੰ ਆਪਣੇ ਤਨ ਦੇ ਉੱਤੇ ਪਹਿਨ ਲਾ। ਸਤਨਾਮ ਅਲਾਈ ਤੇ ਮੁਖੋਂ ਆਖ ਸਤਨਾਮ ਸ੍ਰੀ ਵਾਹਿਗੁਰੂ, ਇਹ ਸਿਮਰਨ ਕਰਦੇ ਆ। ਇਹ ਪੁਸ਼ਾਕਾ ਗੁਰੂ ਸਾਹਿਬ ਕਹਿੰਦੇ ਜਿਹੜਾ ਦਿਆਲ ਦਾ ਸਾਡੇ ਲਈ ਲਿਆਇਆ, ਇਹ ਸਮੀਰ ਜੀ ਤੁਸੀਂ ਆਪਣੇ ਸਰੀਰ ਤੇ ਪਹਿਨ ਲਵੋ। ਜਹ ਲਗ ਘੋਰਾ ਫੇਰ ਲਿਓ। ਤੇ ਨਾਲ ਗੁਰੂ ਸਾਹਿਬ ਇੰਨੇ ਖੁਸ਼ ਹੋਏ ਸਮੀਰ ਚੌਧਰੀ ਤੇ, ਕਹਿੰਦੇ ਪੁਸ਼ਾਕ ਪਾ ਕੇ ਮੁਖੋਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਘੋੜੇ ਤੇ ਚੜ ਜਾ, ਤੇ ਜਿਹੜੇ ਘੋੜੇ ਤੇ ਚੜੇਗਾ ਜਿੱਥੋਂ ਤੀਕਰ ਸਮੀਰ ਜੀ ਤੂੰ ਘੋੜਾ ਆਪਣਾ ਫੇਰੇਗਾ, ਕਹਿ ਲਗ ਤੁਮ ਰਾਜੂ। ਉਥੋਂ ਤੀਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰਾ ਰਾਜ ਕਾਇਮ ਕਰ ਦੇਾਂਗੇ। ਘੋੜੇ ਤੇ ਚੜ ਕੇ ਕਰਾ ਘੋੜਾ ਫੇਰ ਕੇ ਦੱਸਦੇ ਵੀ ਮਹਾਰਾਜ ਐਡਾ ਰਾਜ ਚਾਹੀਦਾ ਹੋਏ ਭਵਿੱਖਤ ਬੰਸਨ ਆ ਤੇਰੀ ਬੰਸ ਦੇ ਵਿੱਚ ਜਿਹੜੇ ਅੱਗੇ ਤੇਰੇ ਹੋਣਗੇ ਉਹਨਾਂ ਦਾ ਬੜਾ ਤਗੜਾ ਉਥੋਂ ਤੀਕਰ ਹੀ ਰਾਜ ਹੋ ਜੂ ਜਿੱਥੋਂ ਤਈ ਦਸਮ ਪਾਤਸ਼ਾਹ ਕਹਿੰਦੇ ਹੈ ਸਿੱਖਾ ਤੂੰ ਘੋੜਾ ਫੇਰੇਗਾ। ਵੱਡ ਰਾਜ ਸਮਾਜੋ ਵੱਡਾ ਰਾਜ ਹੋਵੇਗਾ, ਵੱਡਾ ਸਾਜੋ ਸਮਾਜ ਹੋਵੇਗਾ। ਸੁਣ ਸ਼੍ਰੀ ਮੁਖ ਤੇ ਬਾਕੂ ਗੁਰੂ ਕਲਗੀਧਰ ਮਹਾਰਾਜ ਦੇ ਮੁਖੋਂ ਇਹ ਵਰ ਦੇ ਬਚਨ ਸੁਣੇ ਸਮੀਰ ਚੌਧਰੀ ਸਿੱਖ ਨੇ। ਘਰ ਨਰ ਮਿਲ ਸਾਰੇ ਇਹ ਉਸੇ ਵੇਲੇ ਆਪਣੇ ਘਰ ਦੇ ਵਿੱਚ ਗਿਆ, ਆਪਣੇ ਭਰਾਵਾਂ ਦੇ ਨਾਲ ਤਖਤ ਮਲ ਅਤੇ ਫਿਰ ਜੋ ਲਖਮੀਰ ਉਹਨਾਂ ਭਰਾਵਾਂ ਦੇ ਨਾਲ ਸਲਾਹ ਕੀਤੀ ਆ। ਮਸਲਤ ਕੀਨੀ ਬੈਠ ਕੇ ਉਹਨਾਂ ਸਾਰਿਆਂ ਨੂੰ ਕਹਿੰਦਾ ਆਓ ਇਕੱਠੇ ਹੋ ਕੇ ਆਪਾਂ ਸਲਾਹ ਕਰੀਏ। ਇੱਕ ਇਹਨਾਂ ਦੇ ਵਿੱਚ ਇਹਨਾਂ ਦਾ ਮਾਮਾ ਵੀ ਸੀ, ਉਹ ਹੈ ਨਾਸਤਕ ਜਿਹਾ ਸੀ, ਨਿੰਦਕ ਜਿਹਾ। ਉਹ ਮਾਮੇ ਨੇ ਕਿਉਂਕਿ ਪਾਲੇ ਸਨ, ਬਾਪ ਚੜ੍ਹਾਈ ਕਰਨ ਤੋਂ ਬਾਅਦ ਮਾਮੇ ਨੇ ਪਾਲੇ ਸਨ, ਇਸ ਕਰਕੇ ਉਹਦੀ ਗੱਲ ਮੰਨ ਲੈਂਦੇ, ਤੇ ਪਰ ਹੈ ਬੇਮੁਖ ਜਿਹਾ ਸੀ। ਸ਼ਮੀਰ ਚੌਧਰੀ ਕਹਿੰਦਾ ਵੀ ਆਓ ਲਾਗੇ, ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਬਚਨ ਕੀਤਾ, ਉਹ ਤੁਹਾਡੇ ਨਾਲ ਮੈਂ ਸਲਾਹ ਕਰਨ ਆਇਆ ਹਾਂ। ਹੋਏ ਰਾਜ ਉਦਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਵੀ ਤੁਹਾਡਾ ਰਾਜ ਬਹੁਤ ਵੱਡਾ ਹੋਵੇਗਾ। ਮਾਤ ਲਹੁ ਤੋ ਸ਼ਮੀਰ ਕੋ ਪਰ ਜਿਹੜਾ ਮਾਮਾ ਸੀ ਨਾ ਸਮੀਰ ਚੌਧਰੀ ਦਾ, ਬੇਮੁਖ ਪੰਜ ਪੀਰੀ ਇਹ ਬੇਮੁਖ ਸੀ, ਪੰਜ ਪੀਰੀਆ ਸੀ। ਪੰਜ ਪੀਰੀਆ ਇਹ ਸਖੀ ਸਰਵਰੀਏ ਸੁਲਤਾਨੀਆਂ ਦੇ ਜਾ ਕੇ, ਹੋਰ ਇਹ ਪੰਜ ਤਰ੍ਹਾਂ ਦੇ ਪੀਰਾਂ ਦੇ ਜਾ ਕੇ ਉਹਨਾਂ ਦੀ ਝੂਠ ਖਾਂਦਾ ਸੀ, ਝੂਠੀਆਂ ਸ਼੍ਰੇਣੀਆਂ ਖਾਣੀਆਂ। ਤੇ ਇਹ ਆਮ ਹੀ ਹੈ ਵੀ ਜਿਹਦੀ ਜਿੱਦਾਂ ਦੀ ਝੂਠ ਖਾਈਏ ਉਦਾਂ ਦੀ ਮੱਤ ਹੋ ਜਾਂਦੀ ਹੈ। ਇਹਦੀ ਮੱਤ ਵੀ ਜਿਹੜੀ ਉਸੇ ਤਰ੍ਹਾਂ ਦੀ ਹੋ ਗਈ ਸੀ, ਬੇਮੁਖ ਜੀ ਪੀਰਾਂ ਨੂੰ ਮੰਨ ਕੇ। ਇਹ ਵੀ ਘਰ ਦੇ ਵਿੱਚ ਨਾਲ ਹੀ ਆ ਬੈਠਾ, ਮਾਨੇ ਤਿਸ ਕੇ ਕਹੇ। ਤੇ ਪਰ ਇਹ ਗੱਲ ਸੀ ਜਿਹੜਾ ਸਮੀਰ ਚੌਧਰੀ ਜਾਂ ਲਖਮੀਰ ਤੇ ਜਿਹੜਾ ਤਖਤ ਮਲ ਸੀ, ਇਹ ਸਾਰੇ ਹੀ ਇਸ ਆਪਣੇ ਮਾਮੇ ਦੀ ਗੱਲ ਮੰਨਦੇ ਸਨ ਜੋ ਇਹ ਕਹਿ ਦਿੰਦਾ ਸੀ। ਭਰਾਤਾ ਤ੍ਰੈ ਧੀਰੀ ਭਰਾਤਾ ਤ੍ਰੈ ਧੀਰੀ, ਤਿੰਨ ਭਰਾ ਸੀ, ਚੌਥਾ ਇਹ ਸੀ ਇਹਨਾਂ ਦਾ ਮਾਮਾ। ਜੋ ਇਹਨਾਂ ਨੂੰ ਕਹਿੰਦਾ ਮਾਮਾ ਉਹੀ ਗੱਲ ਮੰਨਦੇ ਸਨ। ਸੋ ਬੋਲਿਓ ਤੁਮ ਕਿਆ ਪਇਓ। ਜਦੋਂ ਇਹਨੇ ਜਾ ਕੇ ਆਖਿਆ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਕਿਹਾ ਏ ਵੀ ਘੋੜਾ ਲੈ ਕੇ ਜਿੱਥੋਂ ਤਾਈਂ ਫੇਰ ਲਓਗੇ ਉਥੋਂ ਤੀਕਰ ਹੀ ਸਮੀਰ ਤੁਹਾਡਾ ਰਾਜ ਹੋ ਜਾਵੇਗਾ। ਇਹ ਗੱਲ ਜਦੋਂ ਦੱਸੀ ਹੋਰ ਤਾਂ ਕੋਈ ਬੋਲਿਆ ਨਹੀਂ, ਇਹਦਾ ਮਾਮਾ ਮਨਮੁਖ ਜਿਹਾ ਬੇਮੁਖ ਜਿਹਾ ਬੋਲਿਆ
ਕਹਿਣ ਲੱਗਾ ਉਹ ਭਣੇਵੇਂ ਸਮੀਰ ਤੂੰ ਇਹ ਕੀ ਆਖੀ ਜਾਨਾ ਹੈ ਮੁਖੋਂ ਜਾਣਤ ਨਹਿ ਭੇਵਾ। ਉਹ ਤੂੰ ਭੇਦ ਜਾਣਦਾ ਨਹੀਂ, ਤੈਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵੀ ਉਹ ਤਾਂ ਆਪ ਆਪਣਾ ਘਰ ਘਾੜ ਛੱਡ ਕੇ ਤੁਰੇ ਫਿਰਦੇ ਹਨ। ਘਰ ਸਮਾਜ ਸੁਤਿਆਦ ਸਭ। ਨਾ ਗੁਰੂ ਗੋਬਿੰਦ ਸਿੰਘ ਦਾ ਆਪਣਾ ਘਰ ਰਿਹਾ, ਨਾ ਕੋਈ ਉਹਨਾਂ ਦਾ ਕੋਈ ਹਾਥੀ ਘੋੜਾ ਰਿਹਾ, ਨਾ ਹੀ ਉਹਨਾਂ ਦੇ ਚੌਵੇਂ ਪੁੱਤਰ ਰਹੇ। ਬਿਨ ਸੇ ਗੁਰਦੇਵਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤਾਂ ਸਭ ਕੁਝ ਹੀ ਨਾਸ ਹੋ ਗਿਆ। ਸਾਹਿਬਜ਼ਾਦੇ ਵੀ ਉਹਨਾਂ ਦੇ ਚੜ੍ਹਾਈ ਕਰ ਗਏ ਨੇ। ਮੁਖਿਆ ਉਹ ਗੋਲਤ ਰਹਿ। ਇਸ ਕਰਕੇ ਇਹਨਾਂ ਦਾ ਮਾਮਾ ਕਹਿਣ ਲੱਗਾ ਉਹ ਸਮੀਰ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਗੱਲਾਂ ਮੰਨਦੇ ਹੋ? ਉਹਦਾ ਜੋ ਮੂੰਹ ਵਿੱਚ ਆਈ ਜਾਂਦਾ ਉਹੀ ਬੋਲੀ ਜਾਂਦੇ ਆ ਵੀ ਆਪਣਾ ਤਾਂ ਸਾਰਾ ਕੁਝ ਛੱਡ ਕੇ ਬੈਠੇ ਆ ਤੇ ਤੈਨੂੰ ਕਿੱਥੋਂ ਰਾਜ ਦੇ ਦੇਣਗੇ। ਤੁਮ ਸਾਚ ਪਛਾਨੋ। ਤੂੰ ਇਹ ਸੱਚੀ ਗੱਲ ਕਿਉਂ ਨਹੀਂ ਪਛਾਣਦਾ ਵੀ ਆਪਣਾ ਤਾਂ ਉਹਨਾਂ ਦਾ ਆਨੰਦਪੁਰ ਨਹੀਂ ਰਿਹਾ, ਉਹਨਾਂ ਦਾ ਘਰ ਨਹੀਂ ਰਿਹਾ। ਤੂੰ ਸੇਵਾ ਕਰ ਰਿਹਾ ਹੈ, ਬਗਾਨੇ ਘਰਾਂ 'ਚ ਤੁਰੇ ਫਿਰਦੇ ਆ ਤੇ ਤੈਨੂੰ ਰਾਜ ਕਿੱਥੋਂ ਦੇ ਦੇਣਗੇ। ਰਾਜ ਕੌਣ ਸੋ ਦੇਤ ਹੈ। ਕਿਹੜਾ ਰਾਜ ਤੈਨੂੰ ਦੇਣਗੇ ਦੱਸ। ਕਿਆ ਢਿਗ ਤਿਨ ਜਾਨੋ। ਮਾਮਾ ਇਹਨਾਂ ਸਮੀਰ ਚੌਧਰੀ ਲਖਮੀਰ ਨੂੰ ਕਹਿੰਦਾ ਤਖਤ ਮਲ ਨੂੰ ਵੀ ਤੁਸੀਂ ਕੀ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੀ ਆ, ਦੱਸੋ ਵੀ ਤੁਹਾਨੂੰ ਦੇਣ ਵਾਲੀ ਕਿਹੜੀ ਕੋਈ ਇਹੋ ਜਿਹੀ ਸ਼ੈ ਬਚੀ ਆ। ਉਹਨਾਂ ਦਾ ਤੇ ਆਪਣਾ ਕੁਝ ਨਹੀਂ ਆ, ਬਗਾਨੇ ਘਰਾਂ ਦੇ ਵਿੱਚ ਨੇ ਤੇ ਤੈਨੂੰ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੇਣਗੇ। ਸੁਣ ਬੋਲਿਓ ਲਖਮੀਰ ਤਬ। ਉਹ ਸਵੇਰੇ ਆਪਣੇ ਮਾਮੇ ਦੀ ਗੱਲ ਸੁਣ ਕੇ ਤੇ ਲਖਮੀਰ ਚੌਧਰੀ ਦਾ ਸ਼ਮੀਰ ਦਾ ਭਰਾ ਲਖਮੀਰ ਬੋਲਿਆ ਜੇ ਕਹਿਓ ਨਾ ਮੰਨ। ਕਹਿੰਦਾ ਮਾਮੇ ਗੱਲ ਤਾਂ ਤੇਰੀ ਠੀਕ ਹੈ, ਪਰ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਣ ਬਚਨ ਨਾ ਮੰਨਿਆ ਹਿਰਦੈ ਕ੍ਰੋਧ ਕਰ ਗੁਰ ਬਹੁਰ। ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਨਾਰਾਜ਼ ਹੋ ਜਾਣਗੇ, ਕ੍ਰੋਧ ਕਰਨਗੇ ਦਿਲ ਵਿੱਚ ਬਹੁਤ। ਕੁਛ ਸ਼ਰਾਬ ਬਖਾਨ। ਤੇ ਮੁਖੋਂ ਦੇ ਉਹਨਾਂ ਕੋਈ ਸ਼ਰਾਬ ਦਾ ਵਚਨ ਕਹਿ ਦਿੱਤਾ ਸਾਡੇ ਤਾਈਂ। ਤਖਤ ਮਲ ਤੀਸਰ ਕਹੈ। ਤਖਤ ਮਲ ਜਿਹੜਾ ਤੀਜਾ ਭਰਾ ਸੀ ਫਿਰ ਉਹ ਕਹਿਣ ਲੱਗਾ ਕਰ ਸੇਵ ਉਤਾਰੇ। ਕਹਿੰਦੇ ਵੀ ਆਪਾਂ ਮਹਾਰਾਜ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਇਸ ਨਗਰ ਦੇ ਵਿੱਚ ਉਤਾਰਿਆ, ਆਪ ਲੈ ਕੇ ਆਏ ਆ ਵੀ ਆਓ ਮਹਾਰਾਜ ਤੁਹਾਡੀ ਸੇਵਾ ਕਰੀਏ। ਲਾਭ ਲੈਣ ਕਿਤੋਂ ਰਹਿ। ਤੇ ਇਹ ਨਾ ਹੋਵੇ ਵੀ ਮਹਾਰਾਜ ਸਾਹਿਬ ਕੋਲੋਂ ਕੋਈ ਲਾਭ ਲੈਣਾ ਤੇ ਕਿਤੇ ਰਹਿ ਜਾਵੇ। ਹੋਏ ਹਾਨ ਹਮਾਰੇ। ਜੇ ਅਸੀਂ ਮਹਾਰਾਜ ਦਾ ਬਚਨ ਨਾ ਮੰਨਿਆ ਤੇ ਕਿਤੇ ਉਲਟੀ ਸਾਡੀ ਕੋਈ ਹਾਨੀ ਨਾ ਹੋ ਜਾਵੇ। ਸੁਣ ਸਲਾਹ ਸਭ ਹੋਣ ਕੀ। ਏਦਾਂ ਜਦੋਂ ਸਾਰਿਆਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਆ ਤਬ ਭਨੈ ਸ਼ਮੀਰਾ। ਉਹ ਸਵੇਰੇ ਫਿਰ ਸਮੀਰ ਕਹਿਣ ਲੱਗਾ ਜਦੋਂ ਦੂਜੇ ਭਰਾਵਾਂ ਦੀ ਗੱਲ ਸੁਣੀ, ਉਹਨੇ ਆਪਣੇ ਮਾਮੇ ਦੀ ਗੱਲ ਸੁਣੀ। ਇੱਕ ਤੋਂ ਬਾਗ ਨ ਮੋਰੀ ਹੈ। ਕਹਿੰਦਾ ਵੀ ਮੇਰੇ ਮੰਨਣਾ ਇਹ ਹੈ ਵੀ ਇੱਕ ਤਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਨਾ ਮੋੜੀਏ, ਜਿਵੇਂ ਉਹਨਾਂ ਆਖਿਆ ਵੀ ਘੋੜਾ ਫੇਰ ਲੈ ਜਿੱਥੋਂ ਤਾਈਂ ਤੂੰ ਚਾਹੁੰਦਾ ਹੈ। ਕਹਿ ਪੂਰਨ ਤੀਰਾ। ਤੇ ਦੂਸਰਾ ਆਪਾਂ ਮਹਾਰਾਜ ਦੇ ਕੋਲ ਜਾ ਕੇ ਝੂਠ ਨਾ ਬੋਲੀਏ, ਜੋ ਸਾਹਿਬ ਪੁੱਛਣ ਉਹ ਸੱਚੋ ਸੱਚ ਦਸੀਏ। ਸੁਨ ਤਿਨ ਕੋ ਮਾਤੁਲ ਕਹੈ। ਆ ਜਦੋਂ ਸਮੀਰ ਨੇ ਇਦਾਂ ਕਿਹਾ ਵੀ ਸਾਨੂੰ ਮਹਾਰਾਜ ਦਾ ਬਚਨ ਨਹੀਂ ਮੋੜਨਾ ਚਾਹੀਦਾ, ਇਹਦਾ ਮਾਮਾ ਫੇਰ ਕਹਿਣ ਲੱਗਾ ਨਿਜਪੁਰ ਚਹੋਰੇ। ਕਹਿਣ ਲੱਗਾ ਭਾਣਜਿਓ ਠੀਕ ਆ, ਜੇ ਤੁਸੀਂ ਗੁਰੂ ਦਾ ਬਚਨ ਮੰਨਣਾ ਹੀ ਹੈ ਤਾਂ ਇਉਂ ਕਰੋ ਵੀ ਆ ਤੁਹਾਡਾ ਜਿਹੜਾ ਪਿੰਡ ਹੈ ਨਾ ਇਹਦੇ ਦੁਆਲੇ ਦੁਆਲੇ ਪਰਿਕਰਮਾ ਕੱਢ ਲਓ, ਇੱਥੇ ਕੋ ਘੋੜਾ ਫੇਰ ਲਓ। ਮਾਨ ਬਾਗ ਕੋ ਫੇਰੀ ਹੈ। ਅਭੀ ਜੇ ਤੁਸੀਂ ਗੁਰੂ ਸਾਹਿਬ ਦਾ ਬਚਨ ਮੰਨਣਾ ਤਾਂ ਸਾਹਿਬਾਂ ਨੇ ਕਿਹਾ ਵੀ ਜਿੱਥੋਂ ਤਾਈਂ ਰਾਜ ਚਾਹੀਦਾ ਘੋੜਾ ਫੇਰ ਲੈ, ਤੇ ਤੂੰ ਆਪਣੇ ਪਿੰਡ ਦੇ ਦੁਆਲੇ ਹੀ ਘੋੜਾ ਫੇਰ ਲੈ ਵੀ ਮੈਨੂੰ ਇੰਨਾ ਕੀ ਬੜਾ ਰਾਜ। ਚੜ ਕੇ ਇੱਕ ਘੋੜੇ। ਇੱਕ ਘੋੜੇ ਦੇ ਉੱਤੇ ਤੂੰ ਚੜ ਜਾ ਤੇ ਸਾਰੇ ਪਿੰਡ ਦੀ ਪਰਿਕਰਮਾ ਕਰਕੇ ਆ ਜਾ। ਅਸਮਸਲਤ ਕਰ ਆਏ ਪੁਨ। ਆਏ ਸਲਾਹ ਹੋ ਗਈ। ਇਹ ਬੇਮੁਖ ਜਿਹੜਾ ਹੁੰਦਾ ਹੈ ਨਾ ਕੁਸੰਗੀ ਸੰਗ ਕੁਸੰਗੀ ਬੈਸ ਤੇ ਮਾੜੀ ਸੰਗਤ ਵਿੱਚ ਬੈਠਣ ਦੇ ਨਾਲ ਇਹ ਨੁਕਸਾਨ ਹੋ ਜਾਂਦਾ। ਗੁਰੂ ਸਾਹਿਬ ਵੱਡਾ ਰਾਜ ਭਾਗ ਬਖਸ਼ ਰਹੇ ਆ, ਇਹ ਲੱਤਾਂ ਢਾਈ ਜਾਂਦਾ ਕਹਿੰਦਾ ਗੁਰੂ ਦੇ ਕੋਲ ਕੀ ਹੈ। ਬੇਮੁਖ ਮਨਮੁਖਾਂ ਨੂੰ ਪਤਾ ਹੀ ਨਹੀਂ ਵੀ ਸਤਿਗੁਰੂ ਸਾਹਿਬ ਦਾ ਚੱਕਰਵਰਤੀ ਪਾਤਸ਼ਾਹ ਨੇ, ਉਹਦਾ ਦੋ ਜਹਾਨਾਂ ਦੇ ਮਾਲਕ ਨੇ। ਇਹਨੇ ਬਸ ਇੰਨਾ ਹੀ ਵੇਖਿਆ ਵੀ ਆਨੰਦਪੁਰ ਛੱਡ ਆਇਆ, ਉਹ ਤਾਂ ਸਤਿਗੁਰੂ ਦੀ ਖੇਡ ਸੀ, ਆਨੰਦਪੁਰ ਛੱਡਿਆ ਮਹਾਰਾਜ ਸਾਹਿਬ ਦਾ ਆਨੰਦਪੁਰ ਤਾਂ ਅੱਜ ਵੀ ਉਸੇ ਤਰ੍ਹਾਂ ਵਸਦਾ। ਕਲਗੀਧਰ ਮਹਾਰਾਜ ਸਾਹਿਬ ਦੇ ਸਾਹਿਬਜ਼ਾਦੇ ਤਾਂ ਅੱਜ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰਦੇ ਹਨ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਰੱਬ ਜਪਿਆ ਉਹ ਸਦਾ ਜਿਉਂਦੇ ਹੀ ਵੇਖੇ ਜਾਂਦੇ ਨੇ ਸਾਧ ਸੰਗਤ ਜੀ। ਪਰ ਮਨਮੁਖ ਦੇ ਪਿੱਛੇ ਲੱਗ ਕੇ, ਆਪਣੇ ਮਾਮੇ ਦੇ ਪਿੱਛੇ ਲੱਗ ਕੇ, ਹਾਂ ਇੰਨਾ ਜ਼ਰੂਰ ਹੈ ਵੀ ਗੁਰੂ ਸਾਹਿਬ ਤੋਂ ਬੇਮੁਖ ਨਹੀਂ ਹੋਏ।
ਪਰ ਇਹਦੇ ਪਿੱਛੇ ਲੱਗ ਕੇ ਰਾਜ ਭਾਗ ਨਹੀਂ ਤਗੜਾ ਲੈ ਸਕੇ। ਇੱਕ ਘੋੜੇ ਦੇ ਚੜ ਕੇ ਸਮੀਰ ਨੇ ਵੇ ਕੋਸ਼ਿਸ਼ ਸੋਈ। ਤੇ ਜਿਹੜੀ ਪੋਸ਼ਾਕ ਮਹਾਰਾਜ ਨੇ ਦਿੱਤੀ ਸੀ, ਸਾਹਿਬ ਕਹਿੰਦੇ ਵੀ ਆਹ ਪੋਸ਼ਾਕ ਪਾ ਲਈ, ਮੁਖੋਂ ਸਤਨਾਮ ਵਾਹਿਗੁਰੂ ਜਪਦਾ ਜਾਈ, ਤੇ ਜਿੱਥੋਂ ਤਾਈਂ ਘੋੜਾ ਫੇਰੇਗਾ ਉੱਥੋਂ ਤਾਈਂ ਰਾਜ ਹੋ ਜਾਏਗਾ ਤੇਰਾ। ਗੁਰ ਆਗਿਆ ਲੈ ਚੜ ਗਇਓ। ਮਹਾਰਾਜ ਦੀ ਆਗਿਆ ਮੁਤਾਬਕ ਘੋੜੇ ਤੇ ਚੜ ਗਿਆ ਸਮੀਰ ਚੌਧਰੀ। ਗੁਰ ਚੌਂ ਦਿਸ਼ ਜੋਈ। ਆਪਣੇ ਪਿੰਡ ਦੇ 4 ਸਵੇਰੇ ਨੇ ਜਾ ਕੇ ਘੁੰਮ ਕੇ ਫਿਰ ਕੇ ਵੇਖਿਆ। ਫੇਰ ਤਰੰਗਮ ਆਏਗੋ। ਜਦੋਂ ਘੋੜੇ ਨੂੰ ਫੇਰ ਲਿਆ ਪਿੰਡ ਦੇ ਦੁਆਲੇ, ਉਸ ਵੇਲੇ ਫਿਰ ਆ ਗਿਆ ਗੁਰ ਬੂਜਨ ਠਾਨਾ। ਜਿੱਥੇ ਕਲਗੀਧਰ ਸਾਹਿਬ ਸਨ ਉਹਨਾਂ ਕੋ ਆਇਆ, ਤੇ ਇਹਨੂੰ ਆਏ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ, हे ਪ੍ਰਭ ਫੇਰਣ ਕੋ ਕੀਓ। ਮਹਾਰਾਜ ਸਾਹਿਬ ਜੀ ਕਹਿੰਦੇ ਹਾਂ ਬਈ ਘੋੜਾ ਫੇਰ ਆਇਆ ਜਿੱਥੋਂ ਤਾਈਂ ਤੈਨੂੰ ਕਿਹਾ ਸੀ ਤੇਰੀ ਇੱਛਾ ਹੋਵੇ। ਤੇ ਕਹਿਣ ਲੱਗਾ ਹਾਂ ਮਹਾਰਾਜ ਸਾਹਿਬ ਤੁਹਾਡੇ ਹੁਕਮ ਦੇ ਨਾਲ ਮੈਂ ਘੋੜਾ ਫੇਰ ਆਇਆ। ਚੌਂ ਦਿਸ਼ਨ ਕੇ ਕਾਨਾ। ਆ ਕਿੱਥੇ ਫੇਰਿਆ ਮਹਾਰਾਜ? ਮੈਂ ਆਪਣੇ ਪਿੰਡ ਦੀਆਂ 4 ਦਿਸ਼ਾਵਾਂ ਜੀ ਪਿੰਡ ਦੇ ਆਲੇ ਦੁਆਲੇ ਪ੍ਰਕਰਮਾ ਕੱਢ ਆਇਆ ਹਾਂ। ਮੰਦ ਮਤੀ ਮਾਤੁਲ ਇਨਹੁ ਲੱਖੋ ਅੰਤਰਜਾਮੀ। ਅੰਤਰਜਾਮੀ ਸਤਿਗੁਰੂ ਸਾਹਿਬ ਜੀ ਜਾਣ ਗਏ ਵੀ ਇਹ ਜਿਹੜਾ ਸ਼ਮਸ਼ੀਰ ਚੌਧਰੀ ਆ ਨਾ, ਇਹਦਾ ਜਿਹੜਾ ਮਾਮਾ ਏ ਉਹ ਮੰਦੀ ਮਤ ਵਾਲਾ ਹੈ। ਲੈਨ ਦਿਓ ਨਹਿ ਰਾਜ ਕੁਛ ਕੀਨੀ ਵੱਡ ਖਾਮੀ। ਕਹਿੰਦੇ ਬੜੀ ਉਹਨੇ ਖਾਮੀ ਕਚਿਆਈ ਵਾਲੀ ਗੱਲ ਕਰ ਦਿੱਤੀ ਹੈ ਵੀ ਅਸੀਂ ਤਾਂ ਆਪਣੇ ਸਿੱਖ ਨੂੰ ਵੱਡਾ ਰਾਜ ਦੇਣਾ ਚਾਹੁੰਦੇ ਸੀ, ਪਰ ਇਹਨਾਂ ਦੇ ਮਾਮੇ ਨੇ ਸ਼ਮੀਰ ਨੂੰ ਲਖਮੀਰ ਨੂੰ ਤਖਤਮਲ ਨੂੰ ਵੱਡਾ ਰਾਜ ਨਹੀਂ ਲੈਣ ਦਿੱਤਾ। ਕਹਿਓ ਪ੍ਰਭੂ ਆਛੋ ਕਰਿਓ ਅਬ ਬੈਠ ਸ਼ਮੀਰਾ। ਆਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਚੰਗਾ ਭਾਈ ਸਮੀਰ, ਠੀਕ ਕੀਤਾ ਹੈ ਜੇ ਤੂੰ ਆਪਣੇ ਪਿੰਡ ਦੀਆਂ ਪ੍ਰਕਰਮਾਂ ਕੱਢ ਆਇਆ, ਹੁਣ ਸਾਡੇ ਕੋਲ ਬੈਠ ਜਾ। ਸੁਣ ਕਰ ਬੈਠੇ ਨਿਕਟੋਏ ਸੰਗੀ ਲਖਮੀਰਾ। ਮਹਾਰਾਜ ਦਾ ਵਚਨ ਸੁਣ ਕੇ ਤੇ ਇਹ ਸੰਗੀ ਲਖਮੀਰ ਆ ਇਹਦਾ ਦੂਜਾ ਭਰਾ ਸੀ, ਉਹ ਵੀ ਨਾਲ ਚਲਾ ਗਿਆ ਸੀ। ਸਮੀਰ ਦੋਵੇਂ ਭਰਾ ਗੁਰਾਂ ਕੋਲ ਬੈਠ ਗਏ। ਸੇਵਕ ਆਪਣਾ ਜਾਣ ਕਰ ਕਰਨਾ ਬੋਠਾਨ। ਮਹਾਰਾਜ ਇਹਨੂੰ ਆਪਣਾ ਸੇਵਕ ਜਾਣ ਕੇ ਵੀ ਇਹ ਸਾਡੇ ਸੇਵਕ ਨੇ, ਵੀ ਇਹਨਾਂ ਦਾ ਬਾਪ ਦਾਦਾ ਵੀ ਗੁਰੂ ਘਰ ਦਾ ਪ੍ਰੇਮੀ ਰਿਹਾ, ਇਸ ਕਰਕੇ ਸਤਿਗੁਰੂ ਤਾਂ ਬਹੁਤ ਤਰਸ ਕਰਦੇ ਨੇ। ਪ੍ਰਥਮ ਪਿਤਾਮੇ ਸੇਵ ਕਰ ਹਿਤਕਾਰੀ ਮਨ। ਤਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜੋ ਰਾਏ ਜੋਧ ਰਾਏ ਨੇ ਜੋ ਸੇਵਾ ਕੀਤੀ, ਉਹਦਾ ਕਰਕੇ ਮਹਾਰਾਜ ਬਹੁਤ ਹਿਤਕਾਰੀ ਮੰਨਦੇ, ਆਪਣਾ ਮੰਨਦੇ ਵੀ ਇਹਨਾਂ ਨੇ ਸਾਡੇ ਦਾਦਾ ਜੀ ਦੇ ਨਾਲ ਜੰਗ ਯੁੱਧ ਲੜੇ ਨੇ, ਇਹਨਾਂ ਦੇ ਦਾਦੇ ਨੇ। ਦੋਹਰਾ ਇਸ ਪ੍ਰਕਾਰ ਬੀਤੇ ਦਿਵਸ 10 ਏਕਾਦਸ਼ ਜਾਨਾ। ਇਦਾਂ ਸੇਵਾ ਕਰਦੇ ਆ ਕਹਿੰਦੇ 10-11 ਦਿਨ ਜਦੋਂ ਹੋਰ ਬਤੀਤ ਹੋਏ, ਇਹ ਘੋੜਾ ਫੇਰਨ ਵਾਲਾ ਕੌਤਕ ਕਰਨ ਤੋਂ ਬਾਅਦ ਨਾਨਾ ਭੋਜਨ ਕੋ ਕਰੇ ਅਚਵਾਵੈ ਹਿਤ ਠਾਨ। ਆ ਬੜੇ ਪਿਆਰ ਦੇ ਨਾਲ ਲੰਗਰ ਤਿਆਰ ਕਰਕੇ ਤੇ ਸਤਿਗੁਰੂ ਸਾਹਿਬ ਨੂੰ ਬੇਨਤੀਆਂ ਕਰਕੇ ਸਮੀਰ ਚੌਧਰੀ ਭੋਜਨ ਛਕਾਉਂਦਾ ਏ। ਨਿਸ਼ਾਨੇ ਛੰਦ ਇੱਕ ਦਿਨ ਕਰਿਓ ਆਹਾਰ ਸ਼ੁਭ ਧਰ ਥਾਰ ਮਝਾਰੇ। ਇੱਕ ਦਿਨ ਦੀ ਕਹਿੰਦੇ ਗੱਲ ਹੈ ਵੀ ਸੋਹਣਾ ਭੋਜਨ ਪਿਆਰ ਨਾਲ ਐਨ ਸੁਧਾਈ ਨਾਲ ਮਰਿਆਦਾ ਨਾਲ ਤਿਆਰ ਕਰਕੇ ਤੇ ਥਾਲ ਦੇ ਵਿੱਚ ਰੱਖਿਆ। ਕਰਿਓ ਭਰੋਸਨ ਤਬ ਭਲੇ ਧਰ ਗੁਰੂ ਅਗਾਰੇ। ਤਿਆਰ ਕਰਕੇ ਭੋਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਆ ਕੇ ਰੱਖ ਕੇ ਪਰੋਸ ਦਿੱਤਾ ਵੀ ਸਤਿਗੁਰੂ ਜੀ ਆਪ ਭੋਗ ਲਾਓ, ਛਕੋ ਲੰਗਰ। ਫਿਰਿਓ ਸ਼ਮੀਰਾ ਨਿਕਟ ਤਬ ਪ੍ਰਭ ਅਚਨ ਕਰੰਦੇ। ਜਿਹੜਾ ਸਿੱਖ ਸੀ ਸਮੀਰ ਚੌਧਰੀ, ਇਹ ਵੀ ਮਹਾਰਾਜ ਸਾਹਿਬ ਦੇ ਕੋਲ ਹੀ ਹੱਥ ਜੋੜ ਕੇ ਖਲੋ ਗਿਆ। ਨਿਜਮ ਸੀ ਜਦੋਂ ਮਹਾਰਾਜ ਕੋਲ ਛਕਦੇ ਤੇ ਹੱਥ ਜੋੜ ਕੇ ਖਲੋਤਾ ਰਹਿੰਦਾ। ਸਤਿਗੁਰੂ ਭੋਜਨ ਛਕਦੇ ਨੇ। ਨੀਰ ਕਟੋਰਾ ਦੇਤ ਪਰ ਲੈ ਪਾਨ ਪਿਵੰਤੇ। ਜਦੋਂ ਮਹਾਰਾਜ ਜਲ ਛਕਣ ਲਈ ਮੰਗਦੇ ਨੇ ਤਾਂ ਉਸੇ ਵੇਲੇ ਕਟੋਰਾ ਭਰ ਕੇ ਜਲ ਦਾ ਗੁਰਾਂ ਨੂੰ ਹਾਜ਼ਰ ਕਰਦਾ ਏ। ਤ੍ਰਿਪਤ ਹੋਏ ਸਤਿਗੁਰ ਰਹੇ ਨਿਜ ਬਿਨ ਬਖਾਨੀ। ਜਦੋਂ ਮਹਾਰਾਜ ਸਾਹਿਬ ਜੀ ਨੂੰ ਇਹ ਭੋਜਨ ਛਕਾਉਂਦਾ ਏ, ਸਾਹਿਬ ਜੀ ਤ੍ਰਿਪਤ ਹੋ ਗਏ। ਜਦੋਂ ਲੰਗਰ ਛਕ ਲਿਆ ਤਾਂ ਉਸ ਵੇਲੇ ਸਮੀਰ ਚੌਧਰੀ ਬੇਨਤੀ ਕਰਨ ਲੱਗਾ ਸਤਿਗੁਰਾਂ ਨੂੰ, ਦੀਜੈ ਸੀਤ ਪ੍ਰਸਾਦ ਨਿਜ ਹਮ ਕਰ ਹੈ ਖਾਨੀ। ਉਹਦੇ ਵਿੱਚ ਕੁਝ ਹਾਲਾ ਭੋਜਨ ਬਚਿਆ ਸੀ, ਕੋਈ ਸਬਜ਼ੀ ਭਾਜੀ ਪ੍ਰਸ਼ਾਦਾ ਕੋਈ ਹੋਰ ਪਦਾਰਥ। ਤੇ ਸਮੀਰ ਚੌਧਰੀ ਕਹਿੰਦਾ ਮਹਾਰਾਜ ਆ ਜਿਹੜੇ ਥਾਲ ਤੁਸੀਂ ਲੰਗਰ ਛਕਿਆ ਏ ਨਾ, ਇਹ ਹੁਣ ਤੁਹਾਡਾ ਸੀਤ ਪ੍ਰਸ਼ਾਦ ਬਣ ਗਿਆ ਏ, ਤੇ ਮੈਨੂੰ ਆਪਣਾ ਸੇਵਕ ਜਾਣ ਕੇ ਇਹ ਸੀਤ ਪ੍ਰਸ਼ਾਦ ਮਹਾਰਾਜ ਮੈਨੂੰ ਦੇ ਦਿਓ ਛਕਣ ਵਾਸਤੇ। ਸ਼੍ਰੀ ਮੁਖ ਬੋਲੇ ਥਾਲ ਲਿਓ ਬੈਠੋ ਇਸ ਥਾਨਾ। ਇਹਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਅੱਛਾ ਭਾਈ ਸਿੱਖਾ, ਜੇ ਤੇਰੀ ਸੀਤ ਪ੍ਰਸ਼ਾਦ ਛਕਣ ਦੀ ਭਾਵਨਾ ਹੈ ਤਾਂ ਬਹਿ ਜਾ ਸਾਡੇ ਕੋਲ।
ਆ ਥਾਲ ਲੈ ਕੇ ਇੱਥੇ ਸਾਡੇ ਕੋਲ ਬੈਠ ਕੇ ਛਕ ਲੈ। ਕਰੋ ਖਾਣ ਹਿਤ ਠਾਣ ਕੈ ਸ਼ਰਧਾਲ ਮਹਾਨ। ਆ ਜਿਹੜੀ ਤੇਰੇ ਅੰਦਰ ਸ਼ਰਧਾ ਹੈ ਨਾ ਸੀਤ ਪ੍ਰਸ਼ਾਦ ਛਕਣ ਦੀ, ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਇੱਥੇ ਬੈਠ ਕੇ ਤੂੰ ਭਾਵਨਾ ਦੇ ਨਾਲ ਛਕ। ਕਰ ਜੋਰਤ ਬੋਲਿਓ ਬਾਹਰ ਲੈ ਕੈ ਕਰ ਜਾਵੋ। ਆ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਕੱਲੇ ਨੇ ਨਹੀਂ ਸੀਤ ਪ੍ਰਸ਼ਾਦ ਛਕਣਾ, ਮੈਂ ਘਰੇ ਲੈ ਕੇ ਜਾਊਂਗਾ, ਸਾਰੇ ਭਰਾ ਰਲ ਕੇ ਛਕਾਂਗੇ ਤੇ ਕਿਰਪਾ ਕਰੋ ਇਹ ਥਾਲ ਮੈਨੂੰ ਦੇ ਦਿਓ ਤੇ ਘਰੇ ਖੜਨਾ ਹੈ ਮੈਂ। ਸਭ ਕੁਟੰਬ ਸੰਗ ਬੰਟ ਕੈ ਤਰ ਭਾਵਨ ਖਾਵੋ। ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸਾਰਾ ਹੀ ਮਹਾਰਾਜ ਜਿਹੜਾ ਮੇਰਾ ਟੱਬਰ ਹੈ ਅਸੀਂ ਤੁਹਾਡਾ ਸੀਤ ਪ੍ਰਸ਼ਾਦ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਛਕ ਕੇ ਆਪਣੀ ਕਲਿਆਣ ਕਰ ਲਵਾਂਗੇ। ਇਮ ਕੈ ਥਾਰ ਉਠਾਏ ਕੈ ਕਰ ਪਹੁੰਚਿਓ ਜਾਈ। ਮਹਾਰਾਜ ਕਹਿੰਦੇ ਜੇ ਤੇਰੀ ਏਦਾਂ ਇੱਛਾ ਹੈ ਤੇ ਲੈ ਜਾ ਭਈ ਘਰੇ ਛਕ ਲਈ ਜਾ ਕੇ। ਗੁਰੂ ਸਾਹਿਬ ਕੋਲੋਂ ਸੀਤ ਪ੍ਰਸ਼ਾਦ ਲੈ ਕੇ ਗੁਰਾਂ ਦਾ ਕੁਝ ਰਹਿੰਦਾ ਭੋਜਨ ਇਹ ਰਲ ਮਿਲ ਕੇ ਘਰੇ ਛਕਣ ਦੇ ਲਈ ਸਮੀਰ ਚੌਧਰੀ ਥਾਲ ਲੈ ਕੇ ਚੱਲ ਪਿਆ। ਭਰਾਤਾ ਮਾਤ ਲਿਆਦ ਜੇ ਆਪਣੇ ਭਰਾਵਾਂ ਨੂੰ ਤੇ ਆਪਣੇ ਮਾਮੇ ਨੂੰ ਸਭ ਲੀਏ ਬੁਲਾਈ। ਸਾਰਿਆਂ ਨੂੰ ਆਵਾਜ਼ ਮਾਰ ਕੇ ਨੇ ਕਿਹਾ ਵੀ ਆਜੋ ਭਰਾਵੋ, ਮਾਮਾ ਜੀ ਤੁਸੀਂ ਵੀ ਆਜੋ। ਗੁਰੂ ਕਲਗੀਧਰ ਮਹਾਰਾਜ ਦੇ ਕੋਲੋਂ ਮੈਂ ਸੀਤ ਪ੍ਰਸ਼ਾਦ ਲੈ ਕੇ ਆਇਆ ਹਾਂ। ਥਾਰ ਜਮਾ ਪ੍ਰਸ਼ਾਦ ਕੋ ਗੁਰੂ ਸਾਹਿਬ ਜੀ ਨੇ ਬਹੁਤ ਹੀ ਸਾਡੇ ਤੇ ਕਿਰਪਾ ਕਰਕੇ ਤੇ ਸਾਨੂੰ ਸੀਤ ਪ੍ਰਸ਼ਾਦ ਬਖਸ਼ਿਆ ਏ। ਮੈਂ ਜਾਚ ਸੁਲਿਆਇਓ ਮੈਂ ਆਪਣੇ ਸਾਰਿਆਂ ਦੇ ਭਲੇ ਵਾਸਤੇ ਮਹਾਰਾਜ ਕੋਲੋਂ ਮੰਗ ਕੇ ਲਿਆਇਆ ਹਾਂ। ਪਾਵੋ ਬਹੁ ਕਲਿਆਣ ਕੋ। ਆਪਾਂ ਜਦੋਂ ਭਾਵਨਾ ਨਾਲ ਮਹਾਰਾਜ ਸਾਹਿਬ ਦਾ ਸੀਤ ਪ੍ਰਸ਼ਾਦ ਛਕਾਂਗੇ, ਗੁਰੂ ਸਾਹਿਬ ਦਾ ਭੋਗ ਲੱਗਿਆ ਪ੍ਰਵਾਨ ਹੋਇਆ, ਉਹ ਛਕਣ ਦੇ ਨਾਲ ਸਾਡੇ ਸਾਰੇ ਹੀ ਦੁੱਖ ਟੁੱਟ ਜਾਣਗੇ, ਸਾਨੂੰ ਸੁਖ ਪ੍ਰਾਪਤ ਹੋਵੇਗਾ, ਕਲਿਆਣ ਪ੍ਰਾਪਤ ਹੋਵੇਗੀ, ਮੁਕਤੀ ਮਿਲੇਗੀ। ਹੋਏ ਹੈ ਮਨ ਭਾਇਓ ਤੇ ਜੋ ਅਸੀਂ ਮਨ ਭਾਵਾਂਗੇ ਸਾਡੀ ਮਨ ਭਾਉਂਦੀ ਇੱਛਾ ਪੂਰੀ ਹੋ ਜਾਵੇਗੀ। ਇਮ ਕੈ ਜਬੈ ਪ੍ਰਸਾਦ ਤੇ ਇਸ ਤਰ੍ਹਾਂ ਜਦੋਂ ਆਵਾਜ਼ ਮਾਰੀ ਨਾ ਸਮੀਰ ਚੌਧਰੀ ਨੇ ਜਾ ਕੇ ਵੀ ਮਾਮਾ ਤੂੰ ਵੀ ਆ ਜਾ ਤੇ ਬਾਕੀ ਭਰਾਵਾਂ ਨੂੰ ਵੀ ਕਹਿੰਦਾ, ਤੇ ਜਦੋਂ ਸਾਰਿਆਂ ਨੂੰ ਆਵਾਜ਼ ਮਾਰੀ ਆ ਉਤਰਾਏ ਰਮਾਲਾ। ਆ ਜਦੋਂ ਪ੍ਰਸ਼ਾਦ ਤੋਂ ਰਮਾਲਾ ਜੀ ਦੇ ਨਾਲ ਢੱਕ ਕੇ ਲਿਆਇਆ ਸੀ, ਉਹ ਜਦੋਂ ਲਾਂਭੇ ਕੀਤਾ ਸਮੀਰ ਚੌਧਰੀ ਨੇ ਦੇਖਤ ਝਟਕਾ ਉਰ ਡਰੇ। ਉਸ ਵੇਲੇ ਕੀ ਹੋਇਆ ਵੀ ਜਿੱਦਾਂ ਦੀ ਕਹਿੰਦੇ ਕੋਈ ਭਾਵਨਾ ਹੋਵੇ ਉਹ ਕੁਝ ਹੀ ਦੇਖਦਾ। ਜਿਹੜੇ ਭਰਾ ਸਨ ਇਹ ਤਾਂ ਸ਼ਰਧਾਵਾਨ ਸਨ ਵੀ ਅਸੀਂ ਸੀਤ ਪ੍ਰਸ਼ਾਦ ਛਕਣਾ ਹੈ, ਪਰ ਜਿਹੜਾ ਇਹਨਾਂ ਦਾ ਮਾਮਾ ਸੀ ਨਾ ਉਹਨੂੰ ਉਹ ਕੀ ਦਿਖਿਆ, ਉਹਨੂੰ ਇਉਂ ਦਿਖਿਆ ਵੀ ਜਿਵੇਂ ਇਹ ਝਟਕਾ ਹੋਵੇ ਕੋਈ ਮਾਸ ਹੋਵੇ, ਉਹਨੂੰ ਇਦਾਂ ਦਾ ਹੀ ਦਿਖਾਈ ਦਿੱਤਾ ਕਿਉਂਕਿ ਉਹਦੀ ਮੱਤ ਜਿਹੜੀ ਮਨਮੁਖਾਂ ਵਾਲੀ ਸੀ। ਜਿਹੜੇ ਬਾਕੀ ਸਿੱਖ ਨੇ ਉਹਨਾਂ ਵਾਸਤੇ ਮਹਾਰਾਜ ਸਾਹਿਬ ਜੀ ਦੀ ਜੋ ਦੇਗ ਕੜਾਹ ਪ੍ਰਸ਼ਾਦ ਦਿਖ ਰਿਹਾ ਹੈ, ਸੀਤ ਪ੍ਰਸ਼ਾਦ ਭੋਜਨ ਪ੍ਰਸ਼ਾਦਾ ਦਿਖ ਰਿਹਾ ਹੈ, ਪਰ ਜਦੋਂ ਉਹਨਾਂ ਦੇ ਮਾਮੇ ਨੇ ਵੇਖਿਆ ਤੇ ਉਹਨੂੰ ਇਉਂ ਲੱਗਾ ਵੀ ਇਹ ਜਿਵੇਂ ਝਟਕਾ ਮਹਾਰਾਜ ਸਾਹਿਬ ਨੇ ਭੇਜਿਆ ਹੁੰਦਾ ਏ। ਤਰ ਚਿੰਤ ਵਿਸਾਲਾ ਉਹਦਾ ਉਸੇ ਵੇਲੇ ਬੜੀ ਚਿੰਤਾ ਜੀ ਕਰਨ ਲੱਗ ਪਿਆ ਕਿਉਂਕਿ ਬੜੇ ਪੀਰਾਂ ਜਿਹਾਂ ਨੂੰ ਮਨਾਉਂਦਾ ਸੀ ਤੇ ਸਾਧ ਸੰਗਤ ਗੁਰੂ ਸਾਹਿਬ ਜੀ ਇਹਨੂੰ ਸੀਤ ਪ੍ਰਸ਼ਾਦ ਛਕਾਉਣਾ ਵੀ ਨਹੀਂ ਸੀ ਚਾਹੁੰਦੇ ਜਿਹਦੇ ਅੰਦਰ ਭਾਵਨਾ ਨਹੀਂ ਹੈ। ਮਾਤੁਲ ਜੈਤੋ ਕਾਤਬ ਆ ਬਾਕੀ ਭਰਾ ਹਾਲਾਂ ਛਕਣ ਲਈ ਤਿਆਰ ਹੀ ਹੋਏ, ਪਰ ਜਿਹੜਾ ਜੈਤੋ ਨਗਰ ਦੇ ਰਹਿਣ ਵਾਲਾ ਇਹਨਾਂ ਦਾ ਮਾਮਾ ਏ ਕਹਿ ਸਭ ਸਮਝਾਏ। ਆ ਉਹਨੇ ਸਾਰਿਆਂ ਨੂੰ ਪੁੱਠੀ ਜੀ ਮਾਤੀ ਦਿੱਤੀ, ਕਹਿਣ ਲੱਗਾ ਏ ਭਾਣਜਿਓ ਏਦਾਂ ਸੁਣੋ ਮੇਰੀ ਗੱਲ। ਹਮ ਗੁੱਗੇ ਸੁਲਤਾਨ ਕੋ ਕਹਿੰਦਾ ਮੈਂ ਤਾਂ ਗੁੱਗੇ ਨੂੰ ਪੂਜਦਾ, ਸੁਲਤਾਨ ਨੂੰ ਪੂਜਦਾ, ਹੋਰ ਕਈ ਥਾਵਾਂ ਤੇ ਜਾਣਾ ਹਾਂ। ਪੂਜੇ ਮਨ ਭਾਏ ਆ ਮਨ ਭਾਉਂਦੀਆਂ ਕਹਿੰਦੇ ਵੀ ਜਿੱਦਾਂ ਦੀ ਭਾਵਨਾ ਹੋਵੇ ਉਹ ਪੂਰੀ ਕਰਾਉਣ ਦੇ ਲਈ ਅਸੀਂ ਤਾਂ ਪੰਜ ਪੀਰ ਮਨਾਉਨੇ ਹਾਂ। ਕ੍ਰੋਧਿਤ ਹੋਵੇ ਇਸ ਅਚੇ ਤੇ ਤੇ ਜੇ ਇਹ ਪ੍ਰਸ਼ਾਦ ਮੈਂ ਛਕ ਲਿਆ ਜਾਂ ਕਹਿੰਦਾ ਤੁਸੀਂ ਵੀ ਖਾ ਲਿਆ ਕਿਉਂਕਿ ਮੈਂ ਵੀ ਤੁਹਾਡੇ ਨਾਲ ਹੀ ਰਹਿਣਾ ਹੈ ਨਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਤ ਪ੍ਰਸ਼ਾਦ ਛਕ ਲਿਆ ਤਾਂ ਇਹ ਛਕਣ ਦੇ ਨਾਲ ਉਹ ਗੁੱਗਾ ਸੁਲਤਾਨ ਮੇਰੇ ਉੱਤੇ ਕ੍ਰੋਧਿਤ ਹੋ ਜਾਵੇਗਾ, ਤੁਹਾਡੇ ਤੇ ਵੀ ਕ੍ਰੋਧਿਤ ਹੋ ਜਾਵੇਗਾ। ਧਨ ਧਾਮ ਬਿਨਸ ਇਹਨੇ ਪੁੱਠੀ ਸਿੱਖਿਆ ਦੇ ਦਿੱਤੀ ਆਪਣੇ ਭਾਣਜਿਆਂ ਨੂੰ। ਸਮੀਰ ਲਖਮੀਰ ਦੇ ਤਖਤ ਮਲ ਨੂੰ ਕਹਿੰਦਾ ਹੈ ਵੀ ਤੁਹਾਡੇ ਘਰੇ ਧਨ ਇਹ ਵੀ ਨਾਸ ਹੋ ਜਾਊਗਾ। ਗੁਰੂ ਸਾਹਿਬ ਦਾ ਤੇ ਆਪਣਾ ਸਭ ਕੁਝ ਗਿਆ, ਜੇ ਉਹਨਾਂ ਦਾ ਸੀਤ ਪ੍ਰਸ਼ਾਦ ਛਕ ਲਿਆ ਤੇ ਪੀਰਾਂ ਨੇ ਤੁਹਾਡੇ ਦੇ ਕਰੋਪੀ ਕਰਨੀ, ਤੁਹਾਡਾ ਵੀ ਘਰ-ਬਾਰ ਉੱਜੜ ਜਾਵੇਗਾ। ਹਮਰੇ ਪੀਰ ਕਦੀਮ ਕੇ ਇਸ ਕਰਕੇ ਸਾਡੇ ਦਾ
ਪੀਰ ਹੀ ਕਦੀਮ ਤੋਂ ਮੁੱਢ ਤੋਂ ਪੂਜਣ ਯੋਗ ਹਨ। ਪੂਰਤ ਸਭ ਆਸੈ ਆ ਬਸ ਅਸੀਂ ਤਾਂ ਉਹਨਾਂ ਦਾ ਝੂਠਾ ਜਿਹਾ ਖਾਨੇ, ਉਹੀ ਸਾਡੀਆਂ ਆਸਾਂ ਪੂਰੀਆਂ ਕਰਦੇ ਨੇ। ਚਿੰਤਾ ਬਹੁਤ ਸ਼ਮੀਰ ਕੇ ਆ ਜਦੋਂ ਮਾਮੇ ਨੇ ਘਰ ਦੇ ਵਿੱਚ ਕਲੇ ਪਾ ਲਈ ਤਾਂ ਭਾਈ ਸ਼ਮਸ਼ੀਰ ਨੇ ਕਹਿੰਦੇ ਇਹਨੂੰ ਚਿੰਤਾ ਹੋ ਗਈ। ਭਾਵੇਂ ਕਿ ਬੜੀ ਵੱਡੀ ਸੇਵਾ ਇਹ ਵੀ ਜਿਸ ਸਰਕਾਰ ਦਾ ਰਾਜ ਉਹ ਗੁਰੂ ਸਾਹਿਬ ਦੇ ਮਗਰ ਪਈ ਹੈ, ਪਰ ਫਿਰ ਵੀ ਆਪਣੇ ਕੋਲ ਰੱਖ ਕੇ ਸੇਵਾ ਕਰ ਰਿਹਾ। ਬਾਹਰ ਤਾਂ ਬੜਾ ਬਹਾਦਰ ਨਿਕਲਿਆ, ਪਰ ਘਰ ਦੀ ਕਲੇ ਜਿਹੜੀ ਹੁੰਦੀ ਵੱਡਿਆਂ ਵੱਡਿਆਂ ਨੂੰ ਡੇਗ ਦਿੰਦੀ ਹੈ। ਜਦੋਂ ਇਹਨੇ ਵੇਖਿਆ ਵੀ ਹੁਣ ਮਾਮਾ ਕਲੇ ਪਾਊਗਾ ਜੇ ਅਸੀਂ ਇਹ ਪ੍ਰਸ਼ਾਦ ਛਕਿਆ, ਤੇ ਬੜੀ ਚਿੰਤਾ ਵਿੱਚ ਹੋ ਗਿਆ। ਤਿਸ ਛਿਨ ਹੋਏ ਆਈ ਉਸੇ ਵੇਲੇ ਕਹਿੰਦੇ ਬੜਾ ਚਿੰਤਾਤਰ ਹੋ ਗਿਆ ਵੀ ਹੁਣ ਕਰਾਂ ਕੀ, ਜੇ ਮੈਂ ਛਕਦਾ ਏ ਤਾਂ ਮਾਮਾ ਜਿਹੜਾ ਏ ਇਹ ਕਲੇ ਪਾਊਗਾ, ਇਹਨੇ ਸਾਨੂੰ ਪਾਲਿਆ ਏ, ਜੇ ਨਹੀਂ ਛਕਦਾ ਤੇ ਗੁਰੂ ਸਾਹਿਬ ਵੱਲੋਂ ਕਰੋਪੀ ਹੋ ਜਾਵੇਗੀ। ਗੁਰ ਤੇ ਆਨਿਓ ਜਾਚ ਮੈਂ ਕਹਿੰਦਾ ਮੈਂ ਤੇ ਕਿੰਨੀ ਸ਼ਰਧਾ ਨਾਲ ਗੁਰੂ ਸਾਹਿਬ ਕੋਲੋਂ ਆਪ ਮੰਗ ਕੇ ਲਿਆਂਦਾ, ਨਾਲੇ ਗੁਰਾਂ ਨੇ ਕਿਹੜਾ ਬਦੋ ਬਦੀ ਦਿੱਤਾ ਸੀ ਪ੍ਰਸ਼ਾਦ ਮੈਨੂੰ। ਇਸ ਤਰਕੀ ਉਠਾਈ ਮੇਰਾ ਜਿਹੜਾ ਮਾਮਾ ਹੈ ਵੀ ਇਹਨੇ ਤੇ ਆਉਂਦਿਆਂ ਤਰੱਕੀ ਕਰ ਦਿੱਤੀ ਵੀ ਜੇ ਇਹ ਖਾ ਲਿਆ ਦੇ ਪੀਰ ਜਿਹੜੇ ਹਨ ਉਹ ਨੁਕਸਾਨ ਕਰਨਗੇ। ਵੱਡੇ ਭਾਗ ਤੇ ਪ੍ਰਾਪਤੀ ਆ ਸ਼ਮੀਰ ਚੌਧਰੀ ਸੋਚਦਾ ਹੈ ਵੀ ਬਹੁਤ ਵੱਡੇ ਭਾਗਾਂ ਦੇ ਨਾਲ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਪ੍ਰਾਪਤ ਹੋਇਆ ਸੀ। ਪਾਰਸ ਜਿਮ ਰੰਕਾ ਆ ਕਹਿੰਦੇ ਵੀ ਇਹ ਤਾਂ ਇਦਾਂ ਦੀ ਖੇਡ ਸੀ ਵੀ ਜਿਵੇਂ ਕੋਈ ਕੰਗਾਲ ਹੋਵੇ ਤੇ ਉਹਨੂੰ ਪਾਰਸ ਦੀ ਵੱਟੀ ਮਿਲ ਜਾਵੇ ਨਾ ਸੋਨਾ ਬਣਾਉਣ ਵਾਲੀ, ਏਦਾਂ ਨਹੀਂ ਕਹਿੰਦੇ ਖੁਸ਼ੀ ਹੋਈ ਸੀ ਸਮੀਰ ਚੌਧਰੀ ਨੂੰ। ਨਹਿ ਮਾਤਲ ਸਮਝੈ ਪਰ ਮਾਮਾ ਸਮਝਦਾ ਹੀ ਨਹੀਂ ਹੈ, ਇਹ ਤਾਂ ਗੁਰੂ ਕਲਗੀਧਰ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਥਾਲ ਹੈ। ਹਿਰਦੈ ਠਾਣਤ ਕੁਛ ਸ਼ੰਕਾ ਇਹ ਸ਼ੰਕਾ ਕਰਦਾ ਏ, ਝਗੜਾ ਕਰਦਾ ਏ। ਤਾਂ ਜਦੋਂ ਸਮੀਰ ਨੇ ਸੋਚਿਆ ਕਹਿ ਲਖਮੀਰ ਸ਼ਮੀਰ ਕੋ, ਉਸ ਵੇਲੇ ਲਖਮੀਰ ਜਿਹੜਾ ਸੀ ਉਹ ਆਪਣੇ ਸ਼ਮੀਰ ਨੂੰ ਭਰਾ ਨੂੰ ਕਹਿਣ ਲੱਗਾ, ਜੇ ਕਰੋ ਨ ਖਾਨੇ ਕਹਿਣ ਲੱਗਾ ਵੀ ਜੇ ਮਾਮਾ ਆਪਣਾ ਨਹੀਂ ਮੰਨਦਾ ਤੇ ਏਦਾਂ ਕਰੋ ਵੀ ਜੇ ਇਹਨੂੰ ਤੁਸੀਂ ਨਹੀਂ ਖਾਣਾ ਹੁਣ ਖਾਨੇ ਅਵਨੀ ਮਹਿ ਗਾੜ ਦੇਹੋ, ਤੇ ਇਹ ਵੀ ਨਾ ਕਰੋ ਵੀ ਇਹਨੂੰ ਕਿਤੇ ਇੱਧਰ ਉੱਧਰ ਸੁੱਟ ਨਾ ਦਿਓ, ਜਾਨਵਰਾਂ ਦੇ ਪਾਉਣ ਨੂੰ ਬੇਅਦਬੀ ਨਾ ਕਰ ਦਿਓ। ਵੀ ਜੇ ਇਹ ਨਹੀਂ ਮੰਨਦਾ ਚਲੋ ਕਲੇ ਪੈਂਦੀ ਆ ਤਾਂ ਮਹਾਰਾਜ ਦਾ ਸ਼ਹੀਦ ਪ੍ਰਸਾਦ ਜਿਹੜਾ ਇਹਨੂੰ ਬੜੇ ਅਦਬ ਦੇ ਨਾਲ ਧਰਤੀ 'ਚ ਟੋਆ ਪੁੱਟ ਕੇ ਦੱਬ ਦਈਏ। ਨਾ ਸਕੈ ਪਛਾਨੇ ਨਾ ਸਕੈ ਪਛਾਨੇ ਵੀ ਕਿਸੇ ਨੂੰ ਕੁਝ ਪਤਾ ਹੀ ਨਾ ਲੱਗੇ ਵੀ ਕੀ ਕੀਤਾ ਹੈ। ਉਤ ਗੁਰ ਰਹਿ ਪ੍ਰਸੰਨ ਹੈ। ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਲਖਮੀਰ ਕਹਿੰਦਾ ਖੁਸ਼ ਰਹਿਣਗੇ ਵੀ ਸਾਡਾ ਸੇਵਕ ਸ਼ਹੀਦ ਪ੍ਰਸਾਦ ਲੈ ਗਿਆ ਏ। ਇਤ ਪੀਰ ਨ ਕੋਪੈ ਤੇ ਇਧਰ ਸਾਡਾ ਜਿਹੜਾ ਮਾਮਾ ਏ ਖੁਸ਼ ਰਹੂਗਾ ਵੀ ਇਹ ਕਹਿੰਦਾ ਵੀ ਪੀਰ ਮੇਰੇ ਤੇ ਕੁਰਦਤ ਨਾ ਹੋ ਜਾਣ ਜੇ ਗੁਰੂ ਦਾ ਸ਼ਹੀਦ ਪ੍ਰਸ਼ਾਦ ਛਕ ਲਿਆ। ਅਸਮ ਸਰਤ ਕਰ ਪਰਸ ਪਰ ਇਹ ਤਾਂ ਆਪਸ ਵਿੱਚ ਜਦੋਂ ਇਹਨਾਂ ਨੇ ਸਲਾਹ ਕੀਤੀ ਘਰ ਦੀ ਕਲੇ ਮੁਕਾਉਣ ਵਾਸਤੇ, ਚਾਹਤ ਇਸ ਲੋਪੈ ਚਾਹੁੰਦੇ ਨੇ ਵੀ ਹੁਣ ਇਹਦਾ ਇਹੀ ਹੱਲ ਹੈ ਵੀ ਮਹਾਰਾਜ ਦੇ ਪ੍ਰਸ਼ਾਦ ਨੂੰ ਬੇਅਦਬੀ ਨਾ ਹੋਵੇ, ਵੀ ਟੋਆ ਪੁੱਟ ਕੇ ਇਹਦੇ ਵਿੱਚ ਦੱਬ ਦਈਏ। ਬਸ ਨਾ ਚਲਿਓ ਸ਼ਮੀਰ ਕੋ, ਸ਼ਮੀਰ ਚੌਧਰੀ ਦਾ ਕੋਈ ਵਸ ਨਹੀਂ ਚੱਲਿਆ, ਬੇਬਸ ਹੋ ਗਿਆ। ਘਰ ਦੇ ਵਿੱਚ ਆ ਕੇ ਚਾਹੁੰਦਾ ਸੀ ਵੀ ਇਹ ਸਾਰੇ ਛਕ ਲੈਂਦੇ ਤੇ ਸਾਡੀ ਕਲਿਆਣ ਹੁੰਦੀ। ਮਾਂ ਤੁਲ ਵੱਡ ਖੋਟਾ ਆ ਮਾਮਾ ਕਹਿੰਦੇ ਬਹੁਤਾ ਖੋਟਾ ਨਿਕਲਿਆ, ਬਹੁਤਾ ਬੇਮੁਖ ਨਿਕਲਿਆ। ਮਹਾ ਪ੍ਰਸ਼ਾਦ ਨ ਅਚਨ ਦੇ ਆਏ ਗੁਰੂ ਸਾਹਿਬ ਜੀ ਦਾ ਸ਼ਹੀਦ ਪ੍ਰਸ਼ਾਦ ਜੋ ਗੁਰਾਂ ਦੀ ਰਸਨੀ ਲਾਇਕ ਹੋਇਆ ਏ, ਜਿਹਨੂੰ ਆਮ ਲੋਕ ਝੂਠ ਕਹਿੰਦੇ ਨੇ, ਪਰ ਗੁਰੂ ਸਾਹਿਬ ਜਦੋਂ ਛਕ ਲੈਣ ਉਹ ਅੰਮ੍ਰਿਤ ਬਣ ਜਾਂਦਾ। ਗੁਰਾਂ ਦਾ ਅੰਮ੍ਰਿਤ ਨਹੀਂ ਛਕਣ ਦਿੰਦਾ। ਸਮੀਰ ਚੌਧਰੀ ਬੜਾ ਪਰੇਸ਼ਾਨ ਹੋਇਆ। ਵੱਡ ਕੀਨ ਸਟੋਟਾ ਕਹਿੰਦੇ ਇਹ ਤਾਂ ਬੜਾ ਵੱਡਾ ਘਾਟਾ ਹੀ ਪੈ ਗਿਆ ਜਿਹੜਾ ਮਹਾਰਾਜ ਦੀ ਬਖਸ਼ਿਸ਼ ਅਸੀਂ ਨਹੀਂ ਛਕ ਸਕੇ। ਗਾੜ ਦੀਨ ਖਨ ਅਵਨ ਕੋ, ਉਸ ਵੇਲੇ ਸਾਧ ਸੰਗਤ ਟੋਆ ਪੁੱਟ ਕੇ ਤੇ ਗੁਰਾਂ ਦਾ ਬਖਸ਼ਿਆ ਪ੍ਰਸ਼ਾਦ ਉਹਦੇ ਵਿੱਚ ਦੱਬ ਦਿੱਤਾ। ਨਾ ਕਿਨਹੂ ਖਾਇਓ ਕਿਸੇ ਨੇ ਛਕਿਆ ਨਹੀਂ। ਇਹ ਤਾਂ ਉਹ ਹੋ ਗਈ ਨਾ ਗੱਲ ਜਿਵੇਂ ਸਿਕੰਦਰ ਦੇ ਹੱਥ ਦੇ ਵਿੱਚ ਅੰਮ੍ਰਿਤ ਆ ਗਿਆ ਸੀ, ਅੰਮ੍ਰਿਤ ਛਕਣ ਹੀ ਲੱਗਾ ਸੀ, ਪਰ ਉਹ ਐਸੀ ਖੇਡ ਵਰਤਾਈ ਵੀ ਇਹਦੇ ਬੁੱਕ ਦੇ ਵਿੱਚੋਂ ਹੀ ਅੰਮ੍ਰਿਤ ਨੇ ਆਪ ਰੋੜ ਦਿੱਤਾ ਇੱਕ ਪੰਛੀ ਦੇ ਕਹਿਣ ਦੇ ਉੱਤੇ। ਸੋ ਇਸ ਤਰ੍ਹਾਂ ਜਿੰਨਾ ਚਿਰ ਭਾਗ ਜਾਗੇ ਨਹੀਂ ਸਨ, ਮਾਮਾ ਇਹ ਨਾ ਮਾੜੀ ਸੰਗਤ, ਭੈੜਾ ਬੰਦਾ ਇੱਕ ਹੀ ਹੋਵੇ ਤੇ ਬਹੁਤਿਆਂ ਦਾ ਸਾਧ ਸੰਗਤ ਨੁਕਸਾਨ ਕਰਦਾ। ਇੱਕ ਭਲੇ ਦੇ ਨਾਲ ਲੱਖਾਂ ਤਰ ਜਾਂਦੇ ਨੇ, ਇੱਕ ਬੁਰੇ ਦੇ ਨਾਲ ਲੱਖਾਂ ਡੁੱਬ ਜਾਂਦੇ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਕੋਲੋਂ ਤਰਕ ਕੀਤਾ ਸੀ ਨਾ ਭਾਈ ਮਰਦਾਨੇ ਨੇ ਵੀ ਮਹਾਰਾਜ ਜਦੋਂ ਗਲਤੀ ਇੱਕ ਦੋ ਜਾਣਿਆਂ ਦੀ ਸੀ ਫਿਰ ਸਾਰੇ ਏਮਨਾਬਾਦ ਨੂੰ ਸਜ਼ਾ ਕਿਉਂ ਮਿਲੇ? ਸਾਹਿਬ ਕਹਿੰਦੇ ਇੱਥੇ ਢੋਲ ਆ ਦਰਖਤ ਨੂੰ ਤੈਨੂੰ ਫੇਰ ਉੱਤਰ ਦਿਆਂਗੇ।
ਢੋਲ ਆਈ ਦੁਪਹਿਰ ਸੀ, ਗਰਮੀ ਸੀ, ਨੀਂਦ ਆ ਗਈ। ਭਾਈ ਮਰਦਾਨੇ ਦੇ ਸਰੀਰ ਤੇ ਕੁਝ ਕਾਢੇ ਕੀੜੇ ਜੇ ਚੜੇ। ਇੱਕ ਨੇ ਦੰਦੀ ਵੜਤੀ, ਇੱਕਦਮ ਹੱਥ ਮਾਰਿਆ ਤੇ ਕਿੰਨੇ ਮਸਲ ਕੇ ਸੁੱਟ ਦਿੱਤੇ। ਮਹਾਰਾਜ ਸਾਹਿਬ ਕਹਿਣ ਲੱਗੇ, ਮਰਦਾਨਿਆ ਕੀ ਕੀਤਾ ਈ? ਕਹਿੰਦਾ ਮਹਾਰਾਜ ਇਹ ਕੀੜੇ ਮਸਲੇ। ਸਾਹਿਬ ਕਹਿੰਦੇ ਕਿਉਂ? ਮਹਾਰਾਜ ਦੰਦੀ ਵੜਦੇ ਨੇ। ਸਾਹਿਬ ਕਹਿੰਦੇ ਦੰਦੀ ਤਾਂ ਤੇਰੇ ਇੱਕ ਨੇ ਵੱਢੀ ਹੋਊਗੇ, ਸਾਰਿਆਂ ਨੇ। ਕਹਿੰਦਾ ਮਹਾਰਾਜ ਦੰਦੀ ਤਾਂ ਇੱਕ ਨੇ ਵੱਢੀ ਸੀ। ਕਹਿੰਦੇ ਬਾਕੀ ਕਿਉਂ ਮਸਲੇ? ਮਹਾਰਾਜ ਪਿੱਛੇ ਜੋ ਮਾੜੇ ਦੇ ਲੱਗੇ ਸਨ ਵੀ ਅੱਗੇ ਜਾਣ ਵਾਲੇ ਨੇ ਗੁਨਾਹ ਕੀਤਾ, ਪਰ ਗੁਨਾਹੀ ਦੇ ਜਿਹੜੇ ਪਿੱਛੇ ਲੱਗੇ ਉਹ ਵੀ ਨਾਲ ਮਸਲੇ ਗਏ। ਸਾਹਿਬ ਕਹਿੰਦੇ ਇਹੀ ਸਾਡਾ ਉੱਤਰ ਹੈ ਵੀ ਭਾਵੇਂ ਗੁਨਾਹੀ ਪਾਪੀ ਏਮਨਾਬਾਜ਼ ਥੋੜੇ ਸੀ, ਪਰ ਬਾਕੀ ਉਹਦੇ ਮਗਰ ਤਾਂ ਲੱਗੇ ਸੀ ਨੇ, ਇਸ ਕਰਕੇ ਸਾਰੇ ਮਾਰੇ ਗਏ। ਇਹ ਇਸੇ ਤਰ੍ਹਾਂ ਹੀ ਇੱਕ ਜਿਹੜਾ ਚੰਗਾ ਹੁੰਦਾ ਹੈ ਉਹਦੇ ਪਿੱਛੇ ਲੱਗ ਕੇ ਤਰ ਜਾਈਦਾ ਏ, ਇੱਕ ਮਾੜਾ ਹੁੰਦਾ ਹੈ ਉਹਦੇ ਪਿੱਛੇ ਲੱਗ ਕੇ ਡੁੱਬ ਜਾਈਦਾ ਹੈ। ਮਾਮੇ ਦੇ ਪਿੱਛੇ ਲੱਗ ਕੇ ਇਹਨਾਂ ਨੇ ਮਹਾਰਾਜ ਦਾ ਸੀਤ ਪ੍ਰਸਾਦ ਟੋਏ ਦੇ ਵਿੱਚ ਦੱਬ ਦਿੱਤਾ, ਲਾਭ ਨਹੀਂ ਲੈ ਸਕੇ। ਪਰਾਰਬਧ ਬਿਨ ਕਿਤ ਕਹੂੰ। ਬਾਕੀ ਕਹਿੰਦੇ ਕਵੀ ਜੀ ਵੀ ਪਰਾਰਬਧ ਤੋਂ, ਕਰਮਾਂ ਤੋਂ ਬਗੈਰ ਕਿਵੇਂ ਕੋਈ ਲੈ ਸਕਦਾ ਏ? ਕਿਸ ਤੇ ਕਿਨ ਪਾਇਓ। ਕਹਿੰਦੇ ਵੀ ਕਦੀ ਏਦਾਂ ਹੋਇਆ ਹੈ ਵੀ ਕਿਸੇ ਨੇ ਬਿਨਾਂ ਕਰਮਾਂ ਤੋਂ ਕੁਝ ਪ੍ਰਾਪਤ ਕੀਤਾ ਹੋਵੇ? ਸਭ ਤੋਂ ਹੋਏ ਕਰ ਜਾਮਨੇ। ਇਧਰ ਏਦਾਂ ਕੀਤਾ, ਭੋਜਨ ਦੱਬ ਦਿੱਤਾ, ਸੀਤ ਪ੍ਰਸਾਦ, ਰਾਤ ਹੋਈ ਤੇ ਸੌਂ ਕਰਕੇ ਉੱਠ ਆਏ ਪ੍ਰਭਾਤੀ। ਸਵੇਰ ਹੋ ਕੇ ਤੇ ਸਵੇਰ ਹੋਈ ਤਾਂ ਤਿਆਰ ਹੋ ਕੇ ਸਮੀਰ ਚੌਧਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ। ਹੱਥ ਜੋੜ ਬੰਧਨ ਕਰੀ। ਹੱਥ ਜੋੜ ਕੇ ਮਹਾਰਾਜ ਨੂੰ ਬੰਦਨਾ ਕੀਤੀ, ਮੱਥਾ ਟੇਕਿਆ। ਧਰਕਤ ਤਿਸ ਛਾਤੀ। ਪਰ ਦਿਲ ਜਿਹੜਾ ਹੈ ਨਾ ਇਹਦਾ ਡਰਿਆ ਹੋਇਆ ਹੈ ਵੀ ਪਤਾ ਨਹੀਂ ਹੁਣ ਗੁਰੂ ਸਾਹਿਬ ਜੀ ਕੀ ਕਹਿਣ। ਇਹਨੂੰ ਪਤਾ ਵੀ ਹੈ ਵੀ ਗੁਰੂ ਕੋ ਕੀ ਲੁਕਾ ਸਕਦੇ ਆ। ਸ਼੍ਰੀ ਮੁਖ ਤੇ ਬੂਝਨ ਕਰਿਓ। ਇਹਨੂੰ ਸਮੀਰ ਨੂੰ ਆਉਂਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮੁਖ ਤੋਂ ਬਚਨ ਕਰਕੇ ਪੁੱਛਣ ਲੱਗੇ, ਲੈ ਮਹਾ ਪ੍ਰਸ਼ਾਦਾ। ਮਹਾਰਾਜ ਕਹਿੰਦੇ ਸਮੀਰ ਜਿਹੜਾ ਤੂੰ ਸਾਡਾ ਸੀਤ ਪ੍ਰਸ਼ਾਦ ਲੈ ਕੇ ਗਿਆ ਸੀ ਰਾਤ, ਅਚਬਨ ਕਰਿਓ ਕਿ ਨਹੀਂ। ਕਹਿੰਦੇ ਤੂੰ ਉਹ ਛਕਿਆ ਘਰੇ ਜਾ ਕੇ ਸੱਚੋ ਸੱਚ ਦੱਸੀ ਜਾਂ ਨਹੀਂ ਛਕਿਆ? ਤੈ ਦਾਨੀ ਅਹਲਾਦਾ। ਹਾਂਜੀ, ਤੈ ਦਾਨੀ ਅਹਲਾਦਾ। ਕਿਉਂਕਿ ਤੂੰ ਪ੍ਰਸ਼ਾਦ ਲੈ ਕੇ ਗਿਆ ਸੀ ਸਾਡੇ ਕੋਲੋਂ, ਅਚਬਨ ਕਰਿਓ ਕਿ ਨਾਹੀਂ ਤੈ ਦਾਨੀ ਅਹਲਾਦਾ, ਕਿ ਕਿਸੇ ਨੂੰ ਜਾ ਕੇ ਹੋਰ ਨੂੰ ਕਹਿੰਦੇ ਖੁਸ਼ੀ ਦੇਣ ਵਾਲਾ ਸੀ, ਜਿਹੜਾ ਜਿਸ ਪ੍ਰਸ਼ਾਦ ਕਰਕੇ ਤੇਰੀ ਕਲਿਆਣ ਹੋਣੀ ਸੀ, ਉਹ ਪ੍ਰਸ਼ਾਦ ਤੂੰ ਛਕਿਆ ਜਾਂ ਨਹੀਂ ਛਕਿਆ ਦੱਸ। ਕਸ਼ਮੀਰ ਬਿਨ ਧੀਰ ਹੈ। ਉਸ ਵੇਲੇ ਵੀ ਮਹਾਰਾਜ ਨੇ ਤਾਂ ਆਉਂਦਾ ਹੀ ਉਹੀ ਗੱਲ ਪੁੱਛ ਲਈ ਵੀ ਇਹਨੂੰ ਪਏ ਸੀ ਵੀ ਗੁਰੂ ਸਾਹਿਬ ਗੱਲ ਨਹੀਂ ਛੇੜਨਗੇ ਤੇ ਮੈਨੂੰ ਵੀ ਝੂਠ ਸੱਚ ਨਾ ਬੋਲਣਾ ਪਏਗਾ। ਤੇ ਗੁਰੂ ਸਾਹਿਬ ਨੇ ਜਦੋਂ ਪੁੱਛਿਆ ਤਾਂ ਇਹਦਾ ਜਿਹੜਾ ਦਿਲ ਸੀ ਹੋਰ ਤੇਜ਼ ਧੜਕਣ ਲੱਗ ਪਿਆ। ਗੁਰ ਤੀਰ ਉਚਾਰੇ। ਦੋਵੇਂ ਹੱਥ ਜੋੜ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਕਹਿਣ ਲੱਗਾ, ਜੈਤੋ ਕਾ ਮਾਤੁਲ ਹੈ। ਕਹਿਣ ਲੱਗਾ ਮਹਾਰਾਜ ਕੀ ਦੱਸਾਂ, ਜੈਤੋ ਦੇ ਰਹਿਣ ਵਾਲਾ ਇੱਕ ਮਾਮਾ ਹੈ ਸਾਡਾ। ਤਿਨ ਸਭ ਹਟਕਾਰ। ਉਹਨੇ ਨਾ ਮੈਨੂੰ ਖਾਣ ਦਿੱਤਾ ਹੈ ਤੇ ਨਾ ਮੇਰੇ ਬਾਕੀ ਟੱਬਰ ਨੂੰ ਖਾਣ ਦਿੱਤਾ, ਸਾਰਿਆਂ ਨੂੰ ਰੋਕ ਦਿੱਤਾ। ਨਹੀਂ ਅਚਬੋ ਝਟਕਾ ਸਕਲ। ਉਹ ਕਹਿਣ ਲੱਗੇ ਵੀ ਗੁਰੂ ਦਾ ਸੀਤ ਪ੍ਰਸ਼ਾਦ ਨਾ ਖਾਓ ਸਾਰੇ। ਰਿਸ ਪੀਰ ਉਪਾਵੇ। ਜੇ ਤੁਸੀਂ ਗੁਰੂ ਦਾ ਇਹ ਝੂਠਾ ਪ੍ਰਸ਼ਾਦ ਖਾ ਲਿਆ, ਉਹਨੇ ਇਹੀ ਕਿਹਾ ਸੀ ਕਿ ਉਹ ਕਹਿੰਦਾ ਜੇ ਤੁਸੀਂ ਗੁਰੂ ਦਾ ਝੂਠਾ ਖਾਦਾ ਤਾਂ ਸਾਰੇ ਪੀਰ ਜਿਹੜੇ ਨੇ ਉਹ ਤੁਹਾਡੇ ਦੇ ਕਰੋਪ ਹੋ ਜਾਣਗੇ। ਸਦਨ ਬਖੈ ਤਨ ਧਾਨ ਗਨ। ਇਸ ਤਰ੍ਹਾਂ ਘਰ ਦੇ ਵਿੱਚ ਜਿੰਨਾ ਧਨ ਪਦਾਰਥ ਹੈ, ਜੋ ਸਾਜੋ ਸਮਾਨ ਹੈ, ਜਟ ਮਾਲਕ ਪਾਵੇ। ਮਹਾਰਾਜ ਮਾਮੇ ਨੇ ਡਰਾ ਦੇ ਸਾਰੇ ਮੇਰਾ ਇਕੱਲੇ ਦਾ ਵਸ ਨਹੀਂ ਚੱਲਿਆ। ਉਹ ਕਹਿੰਦਾ ਜੇ ਗੁਰੂ ਦਾ ਪ੍ਰਸਾਦ ਖਾਦਾ ਸਾਰਾ ਘਰ-ਬਾਰ ਤੁਹਾਡਾ ਉੱਜੜ ਜਾਵੇਗਾ। ਲੈ ਕਰ ਬਾਰ ਪ੍ਰਸਾਦ ਕੋ। ਇਸ ਕਰਕੇ ਮਹਾਰਾਜ ਜੀ ਮੈਂ ਸੋਚਿਆ ਵੀ ਪ੍ਰਸਾਦ ਦੀ ਬੇਅਦਬੀ ਨਾ ਹੋਵੇ ਤੇ ਉਹ ਪ੍ਰਸਾਦ ਦਾ ਥਾਲ ਲੈ ਕੇ ਵਿੱਚ ਧਰਾ ਦਬਾਇਓ। ਤੁਹਾਡੇ ਪ੍ਰਸਾਦ ਦਾ ਅਦਬ ਰੱਖਣ ਦੇ ਲਈ ਮੈਂ ਧਰਤੀ ਟੋਆ ਪੱਟ ਕੇ ਉੱਥੇ ਦੱਬ ਦਿੱਤਾ ਏ। ਬਿਨਾ ਬਨੇ ਜਾਨੋ ਪ੍ਰਭੂ। ਨਾਲ ਹੀ ਕਹਿਣ ਲੱਗਾ ਮਹਾਰਾਜ ਮੇਰੇ ਦੱਸਣ ਦੀ ਲੋੜ ਤਾਂ ਨਹੀਂ ਸੀ, ਕਿਉਂਕਿ ਮੇਰੇ ਕਹਿਣ ਤੋਂ ਬਗੈਰ ਹੀ ਤੁਸੀਂ ਸਾਰਾ ਕੁਝ ਜਾਣਦੇ ਹੋ। ਮੈਂ ਸੱਚ ਲਾਇਓ। ਪਰ ਫੇਰ ਵੀ ਤੁਸੀਂ ਪੁੱਛਿਆ ਤਾਂ ਮੈਂ ਸੱਚੋ ਸੱਚ ਕਹਿਦਾ ਵੀ ਸਾਡਾ ਜਿਹੜਾ ਮਾਮਾ ਹੈ ਨਾ, ਉਹਨੇ ਨਹੀਂ ਸਾਨੂੰ ਕਿਸੇ ਪਾਸੇ ਲੱਗਣ ਦਿੱਤਾ, ਕਲੇ ਪਾ ਕੇ ਬਹਿ ਗਿਆ। ਹੁਣ ਸਤਿਗੁਰ ਬੋਲੇ ਤਬ। ਸੁਣ ਕੇ ਸਮੀਰ ਚੌਧਰੀ ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਧਰਨੀ ਬਰਸਾਈ। ਕਹਿਣ ਲੱਗੇ ਸਮੀਰ ਚੌਧਰੀ ਅਸੀਂ ਤੈਨੂੰ ਵਰਸਾਉਣਾ ਚਾਹੁੰਦੇ ਸੀ, ਤੁਹਾਡੇ ਟੱਬਰ ਨੂੰ ਨਿਹਾਲ ਕਰਿਆ ਚਾਹੁੰਦੇ ਸੀ
ਕੋਈ ਨਹੀਂ, ਜੇ ਹੁਣ ਤੂੰ ਧਰਤੀ ਦੇ ਵਿੱਚ ਦੱਬ ਦਿੱਤਾ ਤਾਂ ਇਹ ਜੰਗਲ ਦੇਸ਼ ਦੀ ਧਰਤੀ ਵਰੋਸਾਈ ਗਈ। ਇਹ ਧਰਤੀ ਬੜੇ ਚਿਰ ਦੀ ਭੁੱਖੀ ਸੀ, ਇਹ ਧਰਤੀ ਰੱਜ ਗਈ ਸਾਡਾ ਪ੍ਰਸ਼ਾਦ ਛਕ ਕੇ। ਤੁਮਕੋ ਨਹਿ ਪ੍ਰਾਪਤ ਪਾਈ, ਪਰ ਉਹ ਬਖਸ਼ਿਸ਼ ਜਿਹੜੀ ਤੁਹਾਨੂੰ ਪ੍ਰਾਪਤ ਹੋਣੀ ਸੀ ਤੁਸੀਂ ਰਹਿ ਗਏ ਹੋ। ਤੇ ਧਰਤੀ 'ਚ ਜੇ ਦੱਬਿਆ ਇਹ ਭੋਜਨ ਸ਼ੀਤ ਪ੍ਰਸ਼ਾਦ ਧਰਤੀ ਨੇ ਛਕ ਲਿਆ। ਸਾਹਿਬ ਜੀ ਕਹਿੰਦੇ ਉਹ ਵਰੋਸਾਈ ਗਈ, ਉਹ ਖੁਸ਼ੀ, ਉਹ ਬਖਸ਼ਿਸ਼ ਧਰਤੀ ਨੂੰ ਪ੍ਰਾਪਤ ਹੋ ਗਈ। ਤਿਨ ਮੂੜ ਗਵਾਈ, ਤੇ ਤੁਸੀਂ ਮੂਰਖ ਬਣ ਕੇ ਉਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੇ ਘਰ ਦੀ ਗਵਾ ਲਈ ਹੈ, ਪਰ ਧਰਤੀ ਨੇ ਉਹ ਬਖਸ਼ਿਸ਼ ਮਹਾਰਾਜ ਕਹਿੰਦੇ ਪ੍ਰਾਪਤ ਕਰ ਲਈ ਹੈ। ਅਦਬ ਨ ਕੀਨੋ ਅੰਨ ਕੋ, ਤੁਸੀਂ ਅੰਨ ਦਾ ਅਦਬ ਹੀ ਨਹੀਂ ਕੀਤਾ, ਸਤਕਾਰ ਨਹੀਂ ਕੀਤਾ। ਤੁਮ ਬੁਰਾ ਕਮਾਇਓ, ਤੇ ਬੜਾ ਤੁਸੀਂ ਕਹਿੰਦੇ ਬੁਰਾ ਕਰਮ ਕਮਾਇਆ ਹੈ। ਜਿਹੜਾ ਅੰਨ ਹੁੰਦਾ ਏ ਇਹਦਾ ਅਦਬ ਕਰਨਾ ਚਾਹੀਦਾ, ਜਿਹਦੇ ਸਿਰ ਤੇ ਸਰੀਰ ਸਾਡਾ ਚੱਲਦਾ ਏ। ਤਬੈ ਪਰੈ ਦੁਰ ਪੇਸ਼ ਬਹੋ, ਤਬੈ ਪਰੈ ਦੁਰ ਪੇਸ਼ ਬਹੋ। ਸਾਹਿਬ ਕਹਿੰਦੇ ਵੀ ਉਦੋਂ ਫਿਰ ਬਹੁਤ ਭਾਰੀ ਕਾਲ ਪੈ ਜਾਂਦਾ ਏ। ਜੇ ਅਦਬ ਗਵਾਇਓ, ਜੇ ਅੰਨ ਦਾ ਅਦਬ ਗਵਾ ਦਈਏ ਨਾ, ਭੋਜਨ ਦਾ ਸਤਕਾਰ ਨਾ ਕਰੀਏ ਤਾਂ ਕਾਲ ਪੈ ਜਾਂਦਾ ਹੈ, ਫਿਰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ। ਪਦਰ ਸੈਣ ਨ੍ਰਿਪ ਪ੍ਰਥਮ ਭਾ, ਸਾਹਿਬ ਜੀ ਇੱਕ ਪੁਰਾਣੀ ਸਾਖੀ ਸੁਣਾ ਕੇ ਇਹਨੂੰ ਦੱਸਣ ਲੱਗੇ ਵੀ ਸਮੀਰ ਚੌਧਰੀ ਜਿੱਦਾਂ ਤੁਸੀਂ ਬੇਅਦਬੀ ਕੀਤੀ ਆ ਨਾ, ਏਦਾਂ ਨਾ ਕਰਨੀ ਚਾਹੀਏ, ਕਿਉਂਕਿ ਇੱਕ ਭਦਰ ਸੈਨ ਰਾਜਾ ਹੋਇਆ ਏ। ਤਿਨ ਕੀਏ ਅਪਮਾਨ, ਆ ਕਹਿੰਦੇ ਵੀ ਉਹਨੇ ਕੀ ਕੀਤਾ ਵੀ ਆਪਣੇ ਸਮੇਂ ਦੇ ਵਿੱਚ ਭੋਜਨ ਦਾ ਅੰਨ ਦਾ ਉਹਨੇ ਅਪਮਾਨ ਨਰਾਦਰ ਕੀਤਾ। ਉੱਜੜ ਗਇਓ ਇਹ ਦੇਸ਼ ਸਭ, ਆ ਜਿਹੜਾ ਹੁਣ ਦੇਸ਼ ਹੈ ਨਾ ਜਿੱਥੇ ਬੈਠੇ ਆਪਾਂ, ਸਤਿਗੁਰੂ ਸਾਹਿਬ ਕਹਿੰਦੇ ਵੀ ਉਹ ਭਦਰ ਸੈਨ ਰਾਜੇ ਦੇ ਵੱਲੋਂ ਇਸ ਅੰਨ ਦੀ ਭੋਜਨ ਦੀ ਬੇਅਦਬੀ ਕਰਨ ਕਰਕੇ ਸਾਰਾ ਦੇਸ਼ ਉੱਜੜ ਗਿਆ। ਇੱਥੇ ਕਾਲ ਪੈ ਗਿਆ, ਲੋਕ ਭੁੱਖੇ ਮਰ ਗਏ। ਜੰਗਲ ਅਬ ਜਾਨਾ, ਤੇ ਵੇਖੋ ਵੀ ਹੁਣ ਸਾਰੇ ਹੀ ਕਹਿੰਦੇ ਨੇ ਵੀ ਇਹ ਜੰਗਲ ਦੇਸ਼ ਹੈ, ਜੰਗਲ ਦੇਸ਼ ਹੈ। ਇਹ ਉਦੋਂ ਤੋਂ ਕਹਿੰਦੇ ਉੱਜੜ ਗਿਆ, ਜਾਣ ਲੋ ਮਾਲਵਾ ਸਾਰਾ ਹੀ ਉੱਜੜ ਗਿਆ ਸੀ ਰਾਜੇ ਵੱਲੋਂ ਅੰਨ ਦੀ ਬੇਅਦਬੀ ਕਰਨ ਕਰਕੇ। ਚਲਤ ਹੋਤੀ ਦਵੈ ਨਦੀ ਤਬ, ਮਹਾਰਾਜ ਕਹਿੰਦੇ ਆ ਜਿਵੇਂ ਹੋਣਾ ਹੈ ਉਜਾੜ ਏਦਾਂ ਥੋੜਾ ਸੀ। ਪਹਿਲਾਂ ਇੱਥੇ ਸਮੀਰ ਚੌਧਰੀ ਇੱਥੇ ਦੋ ਨਦੀਆਂ ਪਹਿਲਾਂ ਚੱਲਦੀਆਂ ਹੁੰਦੀਆਂ ਸਨ ਮਾਲਵੇ ਦੇ ਵਿੱਚ। ਪਟਲੀ ਸ਼ੁਭ ਚਿਤਰਾ, ਇੱਕ ਦਾ ਨਾਮ ਸੀ ਭਟਲੀ ਤੇ ਇੱਕ ਦਾ ਨਾਮ ਸੀ ਚਿਤਰਾ। ਭਟਲੀ ਤੇ ਚਿਤਰਾ ਦੋ ਨਦੀਆਂ ਦੇ ਨਾਮ ਜੋ ਹੁਣ ਨਹੀਂ ਵਹਿੰਦੀਆਂ। ਭਟਲੀ ਬਠਿੰਡੇ ਦੇ ਕੋਲ ਤੇ ਚਿਤਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈਗੀਆਂ ਸਨ। ਇਹ ਦੋ ਨਦੀਆਂ ਬਹੁਤ ਪੁਰਾਣੇ ਸਮੇਂ ਵਗਣ ਦੀ ਟੋਹ ਵੀ ਮਿਲਦੀ ਹੈ। ਜਿਹੜਾ ਸਿਕੰਦਰ ਹੋਇਆ ਏ ਉਹਦੇ ਹਿੰਦੀ ਦੇ ਸਫ਼ਰ ਤੋਂ ਪਤਾ ਲੱਗਦਾ ਵੀ ਸਤਲੁਜ ਦਰਿਆ ਜਦੋਂ ਹਰੀਕੇ ਪੱਤਣ ਪਾਸ ਬਿਆਸਾ ਨਾਲ ਨਹੀਂ ਸੀ ਮਿਲਦਾ, ਪਰ ਉਸ ਵੇਲੇ ਇਹ ਜਿਹੜੀਆਂ ਨਦੀਆਂ ਸਨ ਇਹ ਸਿੱਧਾ ਸਮੁੰਦਰ ਵਿੱਚ ਜਾ ਕੇ ਪੈਂਦਾ ਸੀ। ਇਹਦੀਆਂ ਵੀ ਨਿਸ਼ਾਨੀਆਂ ਮਿਲਦੀਆਂ। ਜਿਵੇਂ ਇਹ ਦੋ ਨਦੀਆਂ ਸਨ ਤੇ ਜਿਸ ਵੇਲੇ ਸਾਧ ਸੰਗਤ ਜੀ ਇਹ ਕਥਾ ਲਿਖੀ ਜਾ ਰਹੀ ਹੈ ਨਾ, ਕਲਗੀਧਰ ਮਹਾਰਾਜ ਸਾਹਿਬ ਦੇ ਵੇਲੇ ਵੀ ਮਾਲਵਾ ਉੱਜੜਿਆ ਸੀ ਤੇ ਜਦੋਂ ਕਵੀ ਜੀ ਨੇ ਇਹ ਕਥਾ ਲਿਖੀ ਹੈ ਉਦੋਂ ਤੀਕਰ ਵੀ ਇਹ ਮਾਲਵਾ ਜੰਗਲ ਦੇਸ਼ ਹੀ ਸੀ ਸਾਰਾ। ਇਹਦਾ ਗੁਰਾਂ ਦੀਆਂ ਬਖਸ਼ਿਸ਼ਾਂ ਹੋਈਆਂ। ਸਾਹਿਬ ਕਹਿੰਦੇ ਕੋਈ ਨਹੀਂ, ਜੇ ਧਰਤੀ ਦੇ ਵਿੱਚ ਸੀਤ ਪ੍ਰਸ਼ਾਦ ਦੱਬਿਆ ਹੈ ਤੇ ਧਰਤੀ ਵਰੋਸਾਈ ਗਈ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਉਹ ਧਰਤੀ ਵਰੋਸਾਈ ਗਈ ਸੀ। ਸਾਹਿਬ ਕਹਿੰਦੇ ਅੰਨ ਦਾ ਨਰਾਦਰ ਨਹੀਂ ਕਰਨਾ ਚਾਹੀਦਾ। ਸਾਡੇ ਵੀ ਘਰਾਂ ਦੇ ਵਿੱਚ ਕਥਾ ਤੋਂ ਨਾਲ ਸਿੱਖਿਆ ਲੈਣੀ ਵੀ ਕਿਤੇ ਅੰਨ ਦਾ ਅਨਾਦਰ ਤਾਂ ਨਹੀਂ ਹੁੰਦਾ, ਅੰਨ ਦਾ ਸਤਿਕਾਰ ਕਰਨਾ ਹੈ। ਅੰਨ ਦਾ ਅਨਾਦਰ ਕਰਨ ਦੇ ਨਾਲ ਸਾਧ ਸੰਗਤ ਜੀ ਕਾਲ ਪੈ ਜਾਂਦਾ ਹੈ। ਅੰਨ ਦਾ ਅਨਾਦਰ ਕਰਨ ਦੇ ਨਾਲ ਬਿਪਤਾ ਪੈਂਦੀ ਹੈ। ਸਤਿਗੁਰੂ ਕਹਿੰਦੇ ਸਮੀਰ ਚੌਧਰੀ ਦੋ ਨਦੀਆਂ ਵਹਿੰਦੀਆਂ ਹੁੰਦੀਆਂ ਸਨ। ਹਟੀ ਅਵਗਿਆ ਦੇਖ ਕੇ, ਜਦੋਂ ਉਹਨਾਂ ਵੇਖਿਆ ਵੀ ਇੱਥੇ ਤੇ ਰਾਜਾ ਹੀ ਅੰਨ ਦੀ ਬੇਅਦਬੀ ਕਰਦਾ ਏ ਤੇ ਅਸੀਂ ਇਹਨਾਂ ਨੂੰ ਅੰਨ ਅਨਾਜ ਉਗਾਉਣ ਦੇ ਲਈ ਪਾਣੀ ਕਿਉਂ ਦੇਣਾ। ਦੋਵੇਂ ਨਦੀਆਂ ਬੰਦ ਹੋ ਗਈਆਂ, ਸੁੱਕ ਗਈਆਂ। ਫਲ ਭਾ ਪਵਿੱਤਰ, ਅਪਵਿੱਤਰਤਾ ਹੀ ਅੰਨ ਦੀ ਬੇਅਦਬੀ ਕਰਨ ਦਾ ਕਹਿੰਦੇ ਫਲ ਪ੍ਰਾਪਤ ਹੋ ਗਿਆ ਤੇ ਜਗ੍ਹਾ ਵੀ ਅਪਵਿੱਤਰ ਹੋ ਗਈ। ਸਾਰੀ ਜਗ੍ਹਾ ਉੱਜੜ ਗਈ, ਮਾਲਵਾ ਉੱਜੜ ਗਿਆ। ਹਮਰੇ ਸੀਤ ਪ੍ਰਸ਼ਾਦ ਨੇ, ਪਰ ਮਹਾਰਾਜ ਕਹਿੰਦੇ ਚੰਗਾ ਕੀ ਹੋਇਆ ਜੇ ਤੁਸੀਂ ਧਰਤੀ ਟੋਆ ਪੱਟ ਕੇ ਦੱਬਦਾ ਸਾਡਾ ਸੀਤ ਪ੍ਰਸ਼ਾਦ। ਉਹ ਕਿਉਂ ਇਹ ਥਾਨਾ, ਇਹ ਥਾਂ ਤੇ ਕਹਿੰਦੇ ਵੀ ਹੁਣ ਅਪਵਿੱਤਰਤਾ ਰੋਕ ਦਿੱਤੀ ਹੈ। ਜਿਹੜਾ ਇੱਥੇ ਕਾਲ ਪੈ ਗਿਆ ਅੱਜ ਤੋਂ ਮਹਾਰਾਜ ਕਹਿੰਦੇ ਧਰਤੀ ਵਰੋਸਾਈ ਜਾਵੇਗੀ। ਤੁਮ ਰਹੀਅਤ ਹੋਏ ਬਸੋਗੇ, ਬਸ ਇਹਨਾਂ ਵੀ ਪਹਿਲਾਂ ਅਸੀਂ ਤੁਹਾਨੂੰ ਰਾਜੇ ਬਣਾਉਣਾ ਸੀ ਪਰ ਤੁਸੀਂ ਰਾਜੇ ਬਣੇ ਨਹੀਂ, ਤੁਸੀਂ ਰਈਅਤ ਹੋ ਕੇ ਇਸ ਦੇਸ਼ ਵਿੱਚ ਵਸੋਗੇ। ਹਮਨੇ ਸਭ ਜਾਨਾ, ਅਸੀਂ ਇਹ ਸਾਰਾ ਹੀ ਮਹਾਰਾਜ ਸਾਹਿਬ ਕਹਿੰਦੇ ਭਵਿੱਖ ਦਾ ਜਾਣ ਲਿਆ ਏ।
ਵੀ ਇੱਥੇ ਭੁੱਖਾ ਨਹੀਂ ਮਰੂ, ਕੋਈ ਅੰਨ ਅਨਾਜ ਬਹੁਤਾ ਹੋਊਗਾ, ਪਰ ਤੁਸੀਂ ਕਹਿੰਦੇ ਪ੍ਰਜਾ ਬਣ ਕੇ ਰਹੋਗੇ, ਰਾਜੇ ਨਹੀਂ ਬਣੋਗੇ। ਅਵਨੀ ਜੰਗਲ ਦੇਸ਼ ਕੀ, ਇਹ ਜਿਹੜਾ ਜੰਗਲ ਦਾ ਦੇਸ਼ ਹੈ, ਜਿਹਨੂੰ ਹੁਣ ਸਾਧ ਸੰਗਤ ਮਾਲਵਾ ਬੈਲਟ ਕਹਿ ਦਿੰਦੇ ਨੇ ਨਾ, ਇਹ ਸਾਰਾ ਜੰਗਲ ਦਾ ਇਲਾਕਾ ਸੀ। ਕਹਿਣ ਲੱਗੇ ਕਲਗੀਧਰ ਵੀ ਜੋ ਜੰਗਲ ਦੇਸ਼ ਦੀ ਧਰਤੀ ਆ, ਬਹੁ ਆਨੇ ਉਪਾਵੈ, ਇਹਦੇ ਵਿੱਚ ਤੁਸੀਂ ਸਾਡਾ ਸ਼ਹੀਦ ਪ੍ਰਸਾਦ ਜਿਹੜਾ ਦੱਬਿਆ, ਇਹ ਤੁਸੀਂ ਸਖਣੇ ਰਹਿ ਗਏ ਹੋ ਸਮੀਰ ਚੌਧਰੀ, ਪਰ ਇਸ ਅੰਨ ਕਰਕੇ ਇਹ ਧਰਤੀ ਬਹੁਤ ਵਰੋਸਾਈ ਜਾਵੇਗੀ, ਹਰਿਆਵਲਤਾ ਆਵੇਗੀ। ਹਮ ਅਬ ਤੇ ਦੁਗਨੇ ਚੌਗਨੇ, ਅੱਜ ਤੋਂ ਮਹਾਰਾਜ ਕਹਿੰਦੇ ਵੀ ਕਰਦੇ ਆ ਦੁਗਣਾ ਤੇ ਚੌਗਣਾ, ਦੁਗਨੇ ਜਮਾਵੈ, 8 ਗੁਣਾ ਅਨਾਜ ਇਸ ਧਰਤੀ ਦੇ ਵਿੱਚੋਂ ਪੈਦਾ ਹੋਵੇਗਾ। ਇਹ ਭਜਨ ਗੁਰੂ ਸਾਹਿਬ 1761 ਦੇ ਨੇੜੇ ਕਹਿ ਰਹੇ ਨੇ, ਤੇ ਕਵੀ ਜੀ ਨੇ 1900 ਬਿਕਰਮੀ ਦੇ ਵਿੱਚ ਪਹਿਲਾਂ ਇਹ ਸਾਰਾ ਇਤਿਹਾਸ ਲਿਖ ਦਿੱਤਾ ਸੀ, ਜਦੋਂ ਮਾਲਵਾ ਅੱਜ ਵਾਂਗੂ ਸਾਧ ਸੰਗਤ ਹਰਿਆ ਭਰਿਆ ਨਹੀਂ ਸੀ। ਕੇਵਲ ਕਲਗੀਧਰ ਮਹਾਰਾਜ ਸਾਹਿਬ ਦੇ ਭਜਨ ਹੋਣ ਕਰਕੇ ਇਹ ਸਾਧ ਸੰਗਤ ਜੀ ਜਦੋਂ ਰੋਪੜ ਦੇ ਇਲਾਕੇ ਦੇ ਵਿੱਚੋਂ ਫਿਰ ਨਹਿਰ ਨਿਕਲ ਕੇ ਉਧਰ ਪਾਣੀ ਗਿਆ, ਪਾਣੀ ਆਉਣ ਦੇ ਨਾਲ ਇਹ 1882 ਈਸਵੀ ਦੇ ਨੇੜੇ ਤੇੜੇ ਜਦੋਂ ਕਵੀ ਜੀ ਅਕਾਲ ਚਲਾਣਾ ਕਰ ਗਏ ਸੀ, ਉਸ ਤੋਂ ਬਾਅਦ ਸਤਿਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਮਾਲਵੇ ਦੀ ਧਰਤੀ ਵਰੋਸਾਈ ਗਈ। ਉਹ ਖੇਤੀ ਯੋਗ ਹੋ ਗਈ, ਵਾਹੁਣ ਯੋਗ ਹੋ ਗਈ, ਹਰੀ ਭਰੀ ਹੋ ਗਈ, ਜਿਹਨੂੰ ਜੰਗਲ ਦੇਸ਼ ਕਹਿੰਦੇ ਸਨ। ਹੁਣ ਉਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦੀ ਜਨਸੰਖਿਆ ਪੰਜਾਬ ਦੇ ਲੋਕ ਰਹਿੰਦੇ ਨੇ। ਹੋਏ ਹਮਾਰਾ ਮਾਲਵਾ, ਕਲਗੀਧਰ ਮਹਾਰਾਜ ਕਹਿੰਦੇ ਹੁਣ ਇਹ ਜੰਗਲ ਦੇਸ਼ ਨਹੀਂ ਰਹੇਗਾ, ਇਹ ਸਾਡਾ ਮਾਲਵਾ ਹੋਵੇਗਾ। ਜਿਤ ਕਿਤ ਬਿਦਤਾਵੈ, ਮਾਲਵੇ 'ਚ ਸਾਡੇ ਸਿੱਖ ਹੋਣਗੇ ਤੇ ਸਾਰੀ ਦੁਨੀਆ ਜੇ ਮਾਲਵੇ ਦੀ ਧਰਤੀ ਜਿੱਥੇ ਕਿਥੇ ਪ੍ਰਗਟ ਹੋ ਜਾਵੇਗੀ। ਉਪਜੈ ਸਿੰਘ ਸਹੰਸਰੀ, ਹਜ਼ਾਰਾਂ ਹੀ ਸਿੰਘ ਮਹਾਰਾਜ ਗੁਰੂ ਕਲਗੀਧਰ ਸਾਹਿਬ ਕਹਿੰਦੇ ਸਮੀਰ ਚੌਧਰੀ ਇਹ ਮਾਲਵੇ ਦੀ ਧਰਤੀ 'ਚ ਸਾਡੇ ਪੈਦਾ ਹੋਣਗੇ। ਮਲਵਈ ਕਹਾਵੈ, ਉਹ ਸਾਰੇ ਆਪਣੇ ਆਪ ਨੂੰ ਮਲਵਈ ਸਿੱਖ ਕਹਾਇਆ ਕਰਨਗੇ ਵੀ ਅਸੀਂ ਮਲਵਈ ਹੁੰਨੇ ਆ। ਸੁਣੀਏ ਸਿੱਖ ਸ਼ਮੀਰ ਪੋ, ਇਹ ਮਹਾਰਾਜ ਕਹਿੰਦੇ ਹੇ ਸਾਡੇ ਸਿੱਖ ਸਮੀਰ ਤੂੰ ਸੁਣਨਾ ਕਰ। ਚਾਹਤ ਹਮ ਦੀਨੋ, ਵੇਖ ਅਸੀਂ ਤੈਨੂੰ ਕੁਝ ਨਾ ਕੁਝ ਦੇਣਾ ਹੀ ਚਾਹੁੰਦੇ ਆ, ਤੈਨੂੰ ਕੁਝ ਨਾ ਕੁਝ ਅਸੀਂ ਬਖਸ਼ਣਾ ਹੀ ਚਾਹੁੰਦੇ ਆ। ਪ੍ਰਥਮ ਰਾਜ ਤੇ ਸ਼ੂਸ਼ ਰਹਿ, ਪਹਿਲਾਂ ਤੈਨੂੰ ਰਾਜ ਦੇਣਾ ਚਾਹਿਆ, ਪਰ ਮਾਮੇ ਦੇ ਪਿੱਛੇ ਲੱਗ ਕੇ ਤੂੰ ਰਾਜ ਭਾਗ ਲੈਣੋਂ ਚੁੱਪ ਰਹਿ ਗਿਆ, ਖਾਲੀ ਰਹਿ ਗਿਆ। ਅਬ ਛੇਮ ਨ ਲੀਨੋ, ਹੁਣ ਅਸੀਂ ਮੁਕਤ ਕਰਨਾ ਚਾਹੁੰਦੇ ਸੀ, ਸ਼ਹੀਦ ਪ੍ਰਸਾਦ ਛਕਾ ਕੇ ਹੁਣ ਤੂੰ ਮੁਕਤੀ ਨਾ ਲੈ ਸਕਿਆ। ਜੋ ਲੈ ਬੋ ਨ ਦੇਤ ਹੈ, ਨਾਲ ਹੀ ਮਹਾਰਾਜ ਕਹਿੰਦੇ ਵੀ ਜਿਹੜਾ ਤੁਹਾਨੂੰ ਸਾਡੇ ਕੋਲੋਂ ਬਖਸ਼ਿਸ਼ ਨਹੀਂ ਨਾ ਲੈਣ ਦਿੰਦਾ, ਸੋ ਰੋਗ ਪੁਰੀ ਹੈ। ਕਹਿੰਦੇ ਵੀ ਉਹ ਰੋਗ ਹੀ ਭੋਗੇਗਾ, ਉਹਨੂੰ ਕੋਈ ਰੋਗ ਲੱਗੂਗਾ, ਰੋਗਾਂ ਵਿੱਚੋਂ ਵੱਡਾ ਰੋਗ ਲੱਗੇਗਾ। ਆਪ ਕੁਸ਼ਟ ਕੋ ਕਸ਼ਟ ਲਹਿ, ਧੰਨ ਗੁਰੂ ਕਲਗੀਧਰ ਸਾਹਿਬ ਕਹਿੰਦੇ ਉਹ ਜਿਹੜਾ ਤੁਹਾਡਾ ਮਾਮਾ ਤੁਹਾਨੂੰ ਕਿਸੇ ਪਾਸੇ ਨਹੀਂ ਨਾ ਲੱਗਣ ਦਿੰਦਾ, ਉਹ ਕੋੜੀ ਹੋਵੇਗਾ ਆਪ। ਬੰਸ ਲਗੀ ਹੈ, ਉਹਦੀ ਬੰਸ ਵਿੱਚ ਹੀ ਕੋੜ ਦਾ ਰੋਗ ਲੱਗ ਜਾਵੇਗਾ। ਕਹਿ ਕਬ ਹਮਨੇ ਸੋ ਸੁਨਿਓ, ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜਾ ਮਹਾਰਾਜ ਨੇ ਭਜਨ ਕੀਤਾ ਨਾ ਵੀ ਇਹ ਕੋੜੀ ਹੋਊ, ਤੁਹਾਡਾ ਮਾਮਾ ਕੋੜੀ ਹੋ ਕੇ ਮਰੂ, ਤੇਰੀ ਬੰਸ ਵਿੱਚ ਕੋੜ ਚੱਲੂਗਾ। ਕਵੀ ਜੀ ਕਹਿੰਦੇ ਵੀ ਅਸੀਂ ਜਿਸ ਵੇਲੇ ਇਹ ਕਥਾ ਲਿਖ ਰਹੇ ਸੀ ਉਸ ਵੇਲੇ ਇਹ ਗੱਲ ਕੰਨਾਂ ਦੇ ਨਾਲ ਸੁਣੀ ਹੈ। ਅਬ ਲੋ ਬੜ ਰੋਗੂ, ਵੀ ਹੁਣ ਤੀਕਰ ਕਵੀ ਜੀ ਜਦੋਂ ਕਥਾ ਲਿਖਦੇ ਉਦੋਂ ਕਹਿੰਦੇ ਮੈਂ ਪਤਾ ਕੀਤਾ ਹੈ ਵੀ ਉਹਦੇ ਮਾਮੇ ਦੀ ਕੁਲ ਵਿੱਚ ਹੁਣ ਤੀਕਰ ਇਹ ਕੋੜ ਦਾ ਰੋਗ ਹੈ। ਚੱਲਿਓ ਆਏ ਤਿਸ ਬੰਸ ਮੈਂ, ਕੋਈ ਬੰਸ ਦੇ ਵਿੱਚ ਕੋੜ ਨਹੀਂ ਖਤਮ ਹੋਇਆ। ਭੋਗੈ ਦੁਖ ਭੋਗੂ, ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੇ ਭਜਨ ਕਰਕੇ ਕੋੜ ਦਾ ਦੁੱਖ ਕਹਿੰਦੇ ਬਹੁਤ ਭੋਗਦੇ ਹਨ। ਸਤਿਗੁਰ ਅਦਿਕ ਪ੍ਰਸੰਨ ਹੋਵੇ, ਕਿਉਂਕਿ ਕਲਗੀਧਰ ਮਹਾਰਾਜ ਸਾਹਿਬ ਜੀ ਬਹੁਤ ਪ੍ਰਸੰਨ ਹੋ ਕੇ ਇੱਕ ਸੇਵ ਵਿਸਾਲਾ, ਸਮੀਰ ਚੌਧਰੀ ਦੀ ਸੇਵਾ ਵੇਖ ਕੇ ਉਹਨੂੰ ਨਿਹਾਲ ਕਰਿਆ ਚਾਹੁੰਦੇ ਨੇ, ਪਰ ਮਾਮਾ ਰੋਗ ਪਾਉਂਦਾ ਸੀ, ਉਹਦੇ ਰੋਗ ਪਾਉਣ ਕਰਕੇ ਉਹਨੂੰ ਸਰਾਪ ਹੋ ਗਿਆ ਵੀ ਕੋੜੀ ਹੋ ਕੇ ਮਰੂਗਾ। ਕੋੜਾ ਨਾ ਆਪ ਕੁਝ ਕਰਦਾ ਹੈ ਤੇ ਨਾ ਇਹਨਾਂ ਨੂੰ ਕਲਿਆਣ ਹੋਣ ਦਿੰਦਾ ਏ। ਇਹ ਨਾ ਲੈ ਥਮ ਦੇਤ ਹੈ, ਮਹਾਰਾਜ ਸਾਹਿਬ ਕਹਿੰਦੇ ਅਸੀਂ ਤੇ ਤੇਰੀ ਸੇਵਾ ਵੇਖ ਕੇ ਤੇ ਤੈਨੂੰ ਕੁਝ ਨਾ ਕੁਝ ਦੇ ਰਹੇ ਆ, ਪਰ ਤੁਸੀਂ ਲੈ ਹੀ ਨਹੀਂ ਰਹੇ। ਇਕ ਚਿਤ ਕਿਰਪਾਲਾ, ਏਦਾਂ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਸੋਚਦੇ ਵਿਚਾਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਮੀਰ ਚੌਧਰੀ ਦੇ ਬਖਸ਼ਿਸ਼ਾਂ ਕਰ ਰਹੇ ਨੇ, ਪਰ ਉਹ ਆਪਣੇ ਮਾਮੇ ਪਿੱਛੇ ਲੱਗ ਕੇ 2 ਵਾਰਾਂ ਬਖਸ਼ਿਸ਼ ਤੋਂ ਵਾਂਝਾ ਰਿਹਾ, ਪਰ ਅਖੀਰ ਮਹਾਰਾਜ ਸਾਹਿਬ ਜੀ ਨੇ ਇਹਨੂੰ ਮੁਕਤ ਕਰ ਹੀ ਦਿੱਤਾ, ਕਿਉਂਕਿ ਇਹਨੂੰ ਗੁਰੂ ਸਾਹਿਬ ਨੇ ਕਿੰਨੀ ਵਾਰਾਂ ਫੇਰ ਪੁੱਛਿਆ ਵੀ ਤੈਨੂੰ ਕੀ ਚਾਹੀਦਾ। ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ, ਬਸ ਮੁਕਤੀ ਬਖਸ਼ ਦੋ।
ਮੁਕਤੀ ਬਖਸ਼ ਦਿਓ। ਅਖੀਰ ਜਿਵੇਂ ਇਹਨੂੰ ਮਹਾਰਾਜ ਸਾਹਿਬ ਸੁਪਨੇ ਦੇ ਵਿੱਚ ਹੀ ਇਹਦੀਆਂ ਜਿਹੜੀਆਂ ਜੂਨਾਂ ਭੁਗਾ ਕੇ ਮੁਕਤ ਕਰਨਗੇ, ਉਹ ਕਥਾ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਖਸ਼ਿਸ਼ਾਂ ਭਰੇ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ। ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ। ਗੁਰੂ ਸਾਹਿਬ ਦੇ ਸੰਗਤ ਬਖਸ਼ਣਹਾਰ ਹੈ। ਇਤਿਹਾਸ ਸੁਣ ਕੇ ਇੱਕ ਪਤਾ ਲੱਗਦਾ ਹੈ ਵੀ ਕੀ ਘਟਨਾ ਹੋਈਆਂ, ਇੱਕ ਸੇਧ ਮਿਲਦੀ ਹੈ ਵੀ ਕਿਹੜੀਆਂ ਗੱਲਾਂ ਕਰਕੇ ਕਿੰਨੇ ਘਾਟਾ ਖਾਦਾ ਏ ਤੇ ਕੀ ਕਰਨ ਦੇ ਨਾਲ ਗੁਰੂ ਸਾਹਿਬ ਦੀ ਪ੍ਰਸੰਨਤਾ ਮਿਲਦੀ ਹੈ। ਸਤਿਗੁਰ ਅਦਕ ਪ੍ਰਸੰਨ ਹੋਵੇ ਇਕ ਸੇਵ ਬਿਸਾਲਾ, ਇਹ ਨਾ ਲੇਤ ਹਮ ਦੇਤ ਹੈ ਇਮ ਚਿਤੈ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਸ਼ਾ ਚਰਨ ਭਾਵੇ ਨਿਹਾਰ ਸਤਿ ਸ੍ਰੀ ਅਕਾਲ।